Hello, good evening, sir. Yes. Asia the largest, the ocean sea Asia सबसे largest है. Ocean continent. हेलो, हाँ जी, आवाज आ रही है मेरी जी? हाँ जी, हाँ जी, गुड इवनिंग सर, गुड इवनिंग सर, गुड इवनिंग सर। आ रही है सर, आ रही है जी। हाँ जी सर। आवाज आ रही है जी सबनों? हाँ जी सर। ओके, सत श्री अकाल साਰਿਆਂ ਨੂੰ, ਸਤਿ श्री अकाल जी। सत श्री अकाल सर। बहुत बहुत ਵਧਾਈਆਂ, ਮੇਲਾ आ गया अपना। हाँ जी, ਜਿਹੜਾ ਉਦੋਂ ਮੈਂ ਸਮਾਨ ਲਿਆਂਦਾ ਸੀ ਉਹ ਮੈਂ ਕੱਲਾ ਉਹਦਾ ਹੀ ਲਿਆਂਦਾ। ਕਿਹੜਾ ਸਮਾਨ ਹੈ? ਆ ਜਾਓ ਸਾਰੇ ਜਣੇ, ਵੀਡੀਓ ਤੇ ਆ ਜਾਓ, ਵੀਡੀਓ ਤੇ ਆ ਜਾਓ। ਕੌਣ ਕਹਿ ਰਹੇ ਸੀ ਸਮਾਨ ਲੈ ਕੇ ਆਂਦਾ ਸੀ? ਕੁਛ ਕਿਹੜਾ ਸਮਾਨ ਲਿਆਂਦਾ ਸੀ ਜੀ? कुछ स्टूडेंट्स से डिस्टर्बेंस आ रही है जी, कुछ प्लीज डिस्टर्बेंस रोक लो अपनी। हाँ जी, कैमरे ऑन कर लो जी, सारे जने कैमरा ऑन कर लो प्लीज। आप करिए फिर गलबात शुरू। ਅੱਜ ਤੇ ਸਵੇਰ ਦੀ ਰੌਣਕ ਹੀ ਬੜੀ ਲੱਗੀ ਹੋਈ ਹੈ। ਪਹਿਲਾਂ ਸਵੇਰੇ ਉੱਠਦੇ ਉਹਨੇ ਮੈਸੇਜ ਆਇਆ ਪਿਆ ਸੀ ਕਿ ਪੀਪੀਐਸਸੀ ਨੋਟੀਫਿਕੇਸ਼ਨ ਆਊਟ ਹੋ ਗਈ। ਹਾਂਜੀ, ਉਹਨੂੰ ਥੋੜਾ ਜਿਹਾ ਵੇਖ ਰਹੇ ਸੀ, ਅਜੇ ਤੇ ਦੁਪਹਿਰ ਨੂੰ ਯੂਪੀਐਸਸੀ ਦਾ ਵੀ ਅਨਾਉਂਸ ਹੋ ਗਿਆ। ਫਿਰ ਕੀ ਪਲਾਨ ਕਰ ਰਹੇ ਹੋ ਸਾਰੇ ਜਿਹੜੇ? ਚੱਲ ਰਿਹਾ ਸਵੇਰ ਦਾ ਦਿਮਾਗ ਦੇ ਵਿੱਚ? ਪਹਿਲਾਂ ਆਪਾਂ ਉਹ ਸੁਣ ਲਈਏ ਤਾਂ ਕਿ ਥੋੜਾ ਜਿਹਾ ਰਿਲੈਕਸ ਹੋ ਜਾਓਗੇ। सर बैलेंस किਵੇਂ ਬਣਾਈਏ ਸਰ? ਬੜੇ ਮੈਸੇਜ ਆ ਚੁੱਕੇ ਸਵੇਰ ਦੇ। ਸਭ ਗੱਲ ਕਰਨੀ ਹੈ। ਮੈਂ ਸੋਚਿਆ ਗਰੁੱਪ ਤੇ ਹੀ ਆ ਜਾਓ, ਸਾਰੀ ਗੱਲ ਕਰਾਂਗੇ ਆਪਾਂ, ਕਿਉਂਕਿ ਲਗਭਗ ਕੁਐਸਚਨ ਤਾਂ ਉਹੀ ਹੁੰਦੇ ਆ ਨਾ ਕਿ ਕਿਵੇਂ ਤਿਆਰੀ ਕਰੀਏ। ਫਿਰ ਮੈਂ ਕਿਹਾ ਚਲੋ ਇਕੱਠੇ ਸਾਰੇ ਇੱਕ ਪਲੇਟਫਾਰਮ ਤੇ ਗੱਲ ਕਰ ਲੈਂਦੇ ਆ, ਤਾਂ ਕਰਕੇ ਫਿਰ ਸਰ ਬੈਲੈਂਸਿੰਗ ਇਸ਼ੂ ਹੈ ਸਰ, ਬਾਕੀ ਸਾਰਾ ਬੈਲੈਂਸ ਕਿਵੇਂ ਬਣਾਈਏ ਦੋਨੋਂ ਚੀਜ਼ਾਂ 'ਚ? ਬੈਲੈਂਸ ਕਿਵੇਂ ਬਣਾਈਏ ਦੋਨੋਂ ਚੀਜ਼ਾਂ 'ਚ? ਪੀਸੀਐਸਬੀ ਫਿਰ ਯੂਪੀਐਸਸੀ ਤੇ ਆਪਸ਼ਨ ਵੀ ਹੁਣ ਦੇਖ ਲਈ, ਹੁਣ 4 ਮਹੀਨੇ ਮਿਲ ਗਏ ਯੂਪੀਐਸਸੀ ਲਈ। ਹਾਂਜੀ, ਉਹ ਬੈਲੈਂਸ ਦੀ ਗੱਲ ਹੈ ਸਾਰੀ ਸਰ। ਆਪਾਂ ਨੂੰ ਤਾਂ ਲੋੜ ਹੀ ਨਹੀਂ ਬੈਲੈਂਸ ਬਣਾਉਣ ਦੀ, ਉਹਨਾਂ ਨੇ ਆਪ ਹੀ ਬਣਾਤਾ, ਨੇੜੇ ਤੇ ਰੱਖਤੇ ਪੇਪਰ। यूपीएससी पीपीएससी ने सितंबर से अनाउंस करता टेंटेटिव टाइम, और यूपीएससी ने 4 अक्टूबर करता। वो अपने आप ही करता उन्होंने। सो कोई लोड़ तो नहीं है नहीं। कोई नहीं, आप सारे टॉपिक्स ही 1 बाय 1 सारे क्वेश्चन लेने आप ते डिटेल च चलांगे। आप घंटा क लावांगे, आप घंटा की लग सकता अपना मैक्सिमम, ते आप हर एक टॉपिक ते गल करने की कोशिश करांगे। ठीक है, ते सो सब तो जी पहली गल है वधिया, वो तो ये हैगी है कि ये वधिया हो गया कि यूपीएससी ने डेट अनाउंस करती। चलो ये सोहनी चीज़ हैगी है, एक क्लैरिटी होगी, क्योंकि बड़ा एक डायलमा बनया होया सी पिछले 1.5-2 महीने का ही
ਕਿ ਕਦੋਂ ਪੇਪਰ ਹੋਏਗਾ, ਤਿਆਰੀ ਕਿਵੇਂ ਕਰੀਏ ਮੇਨ ਕਰੀਏ ਜਾਂ ਪ੍ਰੀ ਦੀ ਤਿਆਰੀ ਕਰੀਏ। ਇਹ ਤੇ ਬੱਚੇ ਪਿਛਲੇ ਦਿਨੀ ਕਾਫੀ ਇਹਦੇ ਤੇ ਫੋਨ ਕਾਲ ਕਰਕੇ ਗੱਲਬਾਤ ਕਰ ਰਹੇ ਸੀ। ਤਾਂ ਇਹ ਚੀਜ਼ ਤਾਂ ਜਿਹੜੀ ਵਧੀਆ ਹੋ ਗਈ ਕਿ ਚਲੋ ਆਪਾਂ ਨੂੰ ਕਲੀਅਰ ਹੋ ਗਿਆ ਪੁਆਇੰਟ ਕਿ ਆਪਾਂ ਉਹਦੇ ਮੁਤਾਬਕ ਹੁਣ ਪਲਾਨ ਕਰ ਲਵਾਂਗੇ, ਹੈ ਨਾ। ਉਹ ਜ਼ਰੂਰੀ ਹੈ, ਇੱਕ ਸਰਟਨਟੀ ਹੋਣੀ ਜ਼ਰੂਰੀ ਹੈ, ਡੇਟ ਫਿਕਸ ਹੋਣੀ ਜ਼ਰੂਰੀ ਹੈਗੀ ਹੈ। ਜਿੱਥੋਂ ਤੱਕ UPSC ਦਾ, ਉੱਥੇ ਆਪਾਂ ਦੇਖੀਏ ਤਾਂ ਆਪਣੇ ਕੋਲੇ ਲਗਭਗ 4 ਮਹੀਨੇ ਬਣ ਰਹੇ ਆ ਇਸ ਵੇਲੇ, ਹੈ ਨਾ ਜੀ। 4 ਮਹੀਨੇ ਬਣਦੇ ਆ, ਪੂਰੇ ਹੀ ਬਣਦੇ ਆ। ਅੱਜ 5 ਹੈ ਤੇ 4 ਨੂੰ ਪੇਪਰ ਹੈਗਾ, ਤੇ 4 ਮਹੀਨੇ ਦਾ ਟਾਈਮ ਹੈ, ਠੀਕ ਹੈ, ਬਹੁਤ ਟਾਈਮ ਹੈ 4 ਮਹੀਨੇ। ਇੱਕ ਤਾਂ ਚੀਜ਼ ਇਹ ਹੈਗੀ ਸਭ ਤੋਂ ਪਹਿਲੀ। ਤਾਂ ਦੂਸਰੀ ਚੀਜ਼ ਇਹ ਹੈਗੀ ਹੈ, ਇਹਦੇ 'ਚ ਜਿਹੜੀ ਆਪਾਂ ਹੁਣ ਗੱਲ ਕਰਾਂਗੇ ਉਹ ਇਹ ਹੈ ਕਿ ਆਪਾਂ ਇਸ ਟਾਈਮ ਨੂੰ ਕਿਵੇਂ ਮੈਨੇਜ ਕਰੀਏ। ਉਹਦੇ 'ਚ 2-3 ਐਸਪੈਕਟਸ ਆਪਾਂ ਲੈ ਕੇ ਆਵਾਂਗੇ ਅੱਜ। ਉਹਦੇ ਨਾਲ ਪੈਰਲਲੀ, ਕਿਉਂਕਿ ਆਲਮੋਸਟ ਸਾਰੇ ਜਿਹੜੇ ਐਸਪੀਰੈਂਟਸ ਨੇ ਉਹ PCS ਲਈ ਵੀ ਅਪਲਾਈ ਕਰਦੇ ਹੀ ਆ, ਤੇ PCS ਦੀ ਨੋਟੀਫਿਕੇਸ਼ਨ ਜਿਹੜੀ ਆ ਗਈ ਆ, 70 ਵੈਕੈਂਸੀਜ਼ ਨੇ ਟੋਟਲ ਉਹਦੇ ਵਿੱਚ, ਹੈ ਨਾ। 20 ਨੇ ਐਗਜ਼ੈਕਟਿਵ ਦੀਆਂ, 26 DSPs ਨੇ, ਤੇ ਵਧੀਆ ਹੈਗੀ ਹੈ ਨੰਬਰ, ਵਧੀਆ ਨੰਬਰ ਹੈ ਨਾ। ਕਿਉਂਕਿ ਆਪਾਂ ਨੂੰ ਤਾਂ ਇੱਕ ਬੰਦੇ ਨੂੰ ਇੱਕ ਹੀ ਚਾਹੀਦੀ ਹੈ, ਆਪਾਂ ਨੂੰ ਤਾਂ ਕੋਈ ਮਤਲਬ ਹੀ ਨਹੀਂ ਉਹ 70 ਨੇ ਕਿ 7 ਨੇ ਕਿ 107 ਨੇ, ਇੱਕ ਜਣੇ ਨੂੰ ਇੱਕੋ ਹੀ ਚਾਹੀਦੀ ਹੈ। ਤੇ ਉਹਨੂੰ ਵੀ ਆਪਾਂ ਫਿਰ ਦੇਖਾਂਗੇ ਕਿਵੇਂ ਆਪਾਂ ਕਰ ਸਕਦੇ ਹਾਂ, ਵਧੀਆ ਪਲੈਨਿੰਗ ਕਿਵੇਂ ਕਰ ਸਕਦੇ ਹਾਂ। 2-3 ਕੀ ਚੀਜ਼ਾਂ ਨੇ ਬੜੇ ਬਰੀਫ ਦੇ ਵਿੱਚ ਮੈਂ ਪਹਿਲਾਂ ਸ਼ੇਅਰ ਕਰਨੀ ਚਾਹਾਂਗਾ, ਜਿਹੜਾ ਮੈਨੂੰ ਲੱਗਦਾ ਐਕਸਪੀਰੀਅੰਸ ਦੇ ਵਿੱਚੋਂ ਕਿ ਇਸ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਜਿਹੜੇ ਵੀ ਤੁਹਾਡੇ ਸਭ ਦੇ ਕੁਐਸਚਨਸ ਹੋਣਗੇ ਆਪਾਂ 1 ਬਾਏ 1 ਕੁਐਸਚਨਸ ਲਵਾਂਗੇ, ਤੇ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਕੁਐਸਚਨਸ ਆਪਾਂ ਲੈ ਲਈਏ ਤੇ ਗੱਲ ਕਰ ਲਈਏ ਉਹਦੇ ਤੇ। ਤਾਂ ਸਭ ਤੋਂ ਪਹਿਲਾ ਪੁਆਇੰਟ, ਆਪਾਂ ਮੇਨ ਜਿਹੜਾ ਟਾਰਗੇਟ ਲੈ ਕੇ ਚੱਲਦੇ ਹੁੰਦੇ ਆ ਆਮ ਤੌਰ ਤੇ ਆਪਾਂ UPSC ਨੂੰ ਲੈ ਕੇ ਚੱਲਦੇ ਹਾਂ। ਤੇ ਆਪਾਂ ਪਿਛਲੇ ਸਾਲਾਂ ਦੇ ਵਿੱਚ ਦੇਖਦੇ ਵੀ ਹਾਂ ਕਿ ਜਿਹੜੇ ਐਸਪੀਰੈਂਟਸ ਨੇ UPSC ਨੂੰ ਟਾਰਗੇਟ ਕੀਤਾ ਉਹਨਾਂ ਦਾ PCS ਕਲੀਅਰ ਹੋ ਜਾਂਦਾ ਹੁੰਦਾ। ਮੋਸਟਲੀ ਜਿਹੜੇ PCS ਦੇ ਵਿੱਚ ਸਟੂਡੈਂਟ ਸਿਲੈਕਟ ਹੁੰਦੇ ਆ, ਮੋਸਟਲੀ ਵੱਡੀ ਗਿਣਤੀ ਉਹ UPSC ਐਸਪੀਰੈਂਟਸ ਹੀ ਰਹੇ ਹੁੰਦੇ ਆ, ਠੀਕ ਹੈ। ਤੇ ਇਹਦੇ ਵਿੱਚ ਹੁਣ ਜਦੋਂ ਆਪਾਂ ਇਸ ਚੀਜ਼ ਨੂੰ ਦੇਖਦੇ ਹਾਂ ਤਾਂ ਇੱਕ ਚੀਜ਼ ਤਾਂ ਸਾਡੇ ਕੋਲ ਇਹ ਆਉਂਦੀ ਹੈ ਕਿ ਆਪਾਂ ਫੋਕਸ UPSC ਤੇ ਕਰਨਾ ਹੈਗਾ, ਤੇ PCS ਤੇ ਥੋੜਾ ਜਿਹਾ ਕਿਵੇਂ ਵੱਖਰਾ ਕੰਮ ਕਰਨਾ ਉਹਨੂੰ ਆਪਾਂ ਬਾਅਦ ਚ ਗੱਲ ਕਰਦੇ ਹੈਗੇ। ਸੋ UPSC ਤੇ ਆਪਾਂ ਆਉਣਾ ਹੈ, ਜਲਦੀ ਨਾਲ ਬਰੀਫ ਕਰੀਏ। 4 ਮਹੀਨੇ ਦਾ ਟਾਈਮ ਹੈ, ਬਹੁਤ ਜ਼ਿਆਦਾ ਟਾਈਮ ਹੁੰਦਾ ਹੈ। ਜਨਰਲੀ ਵੀ ਆਪਾਂ ਦੇਖੀਏ ਤਾਂ ਇੱਕ ਚੀਜ਼ ਦੇਖੋ, ਮਈ 31 ਦਾ ਪੇਪਰ ਸੀ। ਤੁਸੀਂ ਸਭ ਨੇ ਐਕਸਪੀਰੀਅੰਸ ਕੀਤਾ, ਜਿਹੜੇ ਸਟੂਡੈਂਟਸ ਨੇ ਇਸ ਵਾਰੀ ਅਪਲਾਈ ਕੀਤਾ, ਜਿਹੜੇ ਤਿਆਰੀ ਕਰ ਰਹੇ ਨੇ ਸੀਰੀਅਸਲੀ, ਕਿ ਮਈ 31 ਦਾ ਪੇਪਰ ਸੀ ਸਾਡਾ। ਤੇ ਆਪਾਂ ਜਨਰਲੀ ਫੈਬਰਰੀ ਦੇ ਵਿੱਚ ਜੇ ਸ਼ੁਰੂ ਕਰਦੇ ਹਾਂ ਤਿਆਰੀ, ਫੈਬਰਰੀ 1-2 ਤੋਂ ਤਿਆਰੀ ਸ਼ੁਰੂ ਕਰਦੇ ਹਾਂ, ਜਾਂ ਵੱਧ ਤੋਂ ਵੱਧ ਜਨਵਰੀ ਮਿਡ ਦੇ ਵਿੱਚ ਕਰ ਲੈਂਦੇ ਹੈਗੇ ਆ, ਠੀਕ ਹੈ। ਇਹਦਾ ਮਤਲਬ ਕੀ ਹੈ, ਆਪਾਂ 4 ਮਹੀਨੇ ਜਿਹੜਾ ਹੈਗਾ ਪ੍ਰੀ ਦੀ ਤਿਆਰੀ ਨੂੰ ਲਾਉਣੇ ਆ, ਤੇ 4 ਮਹੀਨੇ ਮੋਰ ਦੈਨ ਸਫੀਸ਼ੀਐਂਟ ਟਾਈਮ ਹੈ, ਠੀਕ ਹੈ। ਬਹੁਤ ਜ਼ਿਆਦਾ ਟਾਈਮ ਹੁੰਦਾ 4 ਮਹੀਨੇ ਪ੍ਰੀ ਕੱਢਣ ਵਾਸਤੇ। ਇੱਕ ਚੀਜ਼ ਤਾਂ ਇਹ ਸਾਨੂੰ ਕਲੀਅਰ ਹੋਣੀ ਚਾਹੀਦੀ ਹੈ। ਦੂਸਰੀ, ਹੁਣ ਉਹ 4 ਮਹੀਨੇ ਦੇ ਵਿੱਚੋਂ ਆਪਾਂ, ਜੇ ਤੁਸੀਂ ਫੈਬਰਰੀ ਦੇ ਵਿੱਚ ਵੀ ਤਿਆਰੀ ਸ਼ੁਰੂ ਕੀਤੀ ਸੀ ਤਾਂ ਵੀ ਫੈਬਰਰੀ ਦਾ ਮਹੀਨਾ, ਮਾਰਚ ਦਾ ਮਹੀਨਾ ਔਰ ਅਪ੍ਰੈਲ ਮਿਡ ਦੇ ਵਿੱਚ ਜਾ ਕੇ ਜਿਹੜਾ ਹੈਗਾ ਇੱਕ ਅਨਸਰਟਨਟੀ ਹੋਣੀ ਸ਼ੁਰੂ ਹੋਈ ਸੀ ਕਿ ਪੇਪਰ ਹੋਏਗਾ ਨਹੀਂ ਹੋਏਗਾ, ਕਦੋਂ ਹੋਏਗਾ, ਉਹ ਅਪ੍ਰੈਲ ਮਿਡ ਦੇ ਵਿੱਚ ਹੋਈ ਸੀ। ਇਹਦਾ ਮਤਲਬ ਕੀ ਹੈ ਕਿ 2.5 ਮਹੀਨੇ ਅਸੀਂ ਲਾ ਚੁੱਕੇ ਉਹਦੇ, ਠੀਕ ਹੈ ਜੀ। ਇੱਕ ਉਹਦੇ ਵਿੱਚ ਘੱਟੋ ਘੱਟ ਜਿਹੜੇ ਲੈਵਲ ਦੀ ਸਾਡੀ ਇਸ ਵੇਲੇ ਤਿਆਰੀ ਹੋਣੀ ਚਾਹੀਦੀ ਹੈ ਉਹ ਕੀ ਹੈ ਕਿ ਇੱਕ ਤਾਂ ਚੀਜ਼ ਇਹ ਹੈ ਕਿ ਜਿਹੜਾ ਕਨਵੈਨਸ਼ਨਲ ਪਾਰਟ ਹੈ ਉਹ ਸਾਡਾ ਤਿਆਰ ਹੋਣਾ ਚਾਹੀਦਾ ਹੈ, ਹੁਣ ਤੱਕ ਹੋਣਾ ਚਾਹੀਦਾ ਸੀ, ਮਤਲਬ ਯੂ ਮਸਟ ਬੀ ਕੌਨਫੀਡੈਂਟ, ਠੀਕ ਹੈ, ਕਿ ਮੇਰਾ ਉਹ ਪਾਰਟ ਤਿਆਰ ਹੈਗਾ। ਇੱਕ ਚੀਜ਼ ਇਹ ਹੈਗੀ ਇਹਦੇ ਵਿੱਚ। ਦੂਸਰਾ ਜਿਹੜਾ ਹੈਗਾ, ਕੁਛ ਨਾ ਕੁਛ ਜਿਹੜੀ ਪ੍ਰੈਕਟਿਸ ਹੈ, ਟੈਸਟ ਪ੍ਰੈਕਟਿਸ, ਉਹ ਹੁਣ ਤੱਕ ਕੀਤੀ ਹੋਣੀ ਚਾਹੀਦੀ ਹੈ, ਤੇ ਤੁਸੀਂ ਸਭ ਨੇ ਕੀਤੀ ਵੀ ਹੋਏਗੀ ਜਿਹੜੇ ਸਟੂਡੈਂਟਸ ਨੇ ਇਸ ਵਾਰੀ ਅਪੀਅਰ ਹੋਣਾ, ਠੀਕ ਹੈ। ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੋਈ 10 ਟੈਸਟ ਤਾਂ ਕੀਤੇ ਹੋਣ ਘੱਟੋ ਘੱਟ ਆਪਣੇ, ਜਿਹੜੇ ਰੂਟੀਨ ਚ ਤੁਸੀਂ ਕਨਵੈਨਸ਼ਨਲੀ ਕਰਦੇ ਹੋ, ਜਿਹੜਾ ਆਪਣਾ ਢੰਗ ਹੁੰਦਾ ਹੈ ਆਮ ਤੌਰ ਤੇ ਕਰਨਾ, ਕਿਉਂਕਿ ਮੈਂ ਤਾਂ ਥੋੜਾ ਜਿਹਾ ਵੱਖਰਾ ਢੰਗ ਅਸੀਂ ਡਿਸਕਸ ਕਰਦੇ ਹੁੰਦੇ ਹਾਂ। ਇੰਨੀ ਕੁ ਤਿਆਰੀ ਹੋਣੀ ਚਾਹੀਦੀ ਹੈ, ਇੰਨਾ ਕੁ ਕੌਨਫੀਡੈਂਸ ਉਹਦੇ ਚ ਹੋਣਾ ਚਾਹੀਦਾ। ਤੇ ਜਿਹੜੇ ਤੁਹਾਡੇ ਤੁਸੀਂ ਕੁਐਸਚਨ ਪੇਪਰ ਹੁਣ ਤੱਕ ਸੋਲਵ ਕੀਤੇ ਹੈ, ਉਹਨਾਂ ਦੇ ਵਿੱਚ ਸਾਡਾ ਜਿਹੜਾ ਲੈਵਲ ਹੈ ਉਹ ਕਿਤੇ ਜੇ ਹੋਣਾ ਚਾਹੀਦਾ ਹੈ 95 ਦੇ ਅਰਾਊਂਡ ਸਕੋਰ, 90 ਤੋਂ 100 ਆਪਾਂ ਕਹਿ ਸਕਦੇ। ਇੱਥੇ ਜੇ ਸਕੋਰ ਹੁਣ ਤੱਕ ਰਹਿਣਾ ਚਾਹੀਦਾ ਸੀ ਤੁਹਾਡਾ, ਜਿੰਨੀ ਕਿ ਤੁਸੀਂ ਤਿਆਰੀ ਕੀਤੀ ਹੈ ਉਹਦੇ ਮੁਤਾਬਕ, ਠੀਕ ਹੈ।
ਤਾਂ ਆਪਾਂ ਨੂੰ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਠੀਕ ਹੈ ਅਸੀਂ ਟਰੈਕ ਤੇ ਹੈਗੇ ਹਾਂ। ਠੀਕ, ਜੇ ਅਸੀਂ ਇਹਨੂੰ ਮੰਨ ਲਈਏ ਯੈਸ, ਹੁਣ ਤੱਕ ਦੀ ਜਿਹੜੀ ਅਸੀਂ ਗੱਲ ਕੀਤੀ ਕਿ ਠੀਕ ਹੈ ਇੰਨੀ ਤਿਆਰੀ ਸਾਡੀ ਹੈਗੀ ਆ, ਤਾਂ ਅਗਲਾ ਹੁਣ ਰੂਟ ਸਾਡਾ ਕੀ ਹੋਣਾ ਚਾਹੀਦਾ। ਜਿੱਥੋਂ ਤੱਕ ਹੈਗੀ ਆ ਮੇਨ ਦੀ ਤਿਆਰੀ, ਮੇਨ ਦੇ ਵਾਸਤੇ ਪਹਿਲਾਂ ਵੀ 3 ਤੋਂ 3.5 ਮਹੀਨੇ ਮਿਲਦੇ, ਇਸ ਵਾਰੀ ਵੀ ਆਪਾਂ ਨੂੰ 3 ਮਹੀਨੇ ਮਿਲ ਗਏ ਉਹਦੇ। ਠੀਕ, 15 ਕੁ ਦਿਨ ਦਾ ਫਰਕ ਅਸੀਂ ਕਹਿ ਸਕਦੇ ਹਾਂ ਕਿ ਘੱਟ ਆਇਆ, ਵੈਸੇ 3 ਕੁ ਦੇ ਮਹੀਨੇ ਹੁੰਦੇ ਜਾਂ 3.5 ਹੁੰਦੇ, ਉੱਥੇ 15 ਕੁ ਦਿਨ ਦਾ ਫਰਕ ਆਇਆ ਹੋਇਆ ਆਪਣੇ ਕੋਲੇ। ਅਗਲੀ ਚੀਜ਼ ਇਹਦੇ ਵਿੱਚ ਹੁਣ ਜਿੱਥੋਂ ਤੱਕ ਤਾਂ ਹੈਲੋ, ਹਾਂਜੀ ਹਾਂਜੀ ਸਰ। ਆਵਾਜ਼ ਆ ਰਹੀ ਹੈ ਮੇਰੀ? ਓਕੇ, ਜੀ ਠੀਕ ਸਰ, ਆ ਹਾਂਜੀ ਹਾਂਜੀ ਠੀਕ, ਡਨ ਡਨ, ਠੀਕ, ਇਸ਼ੂ ਆ ਗਿਆ ਸੀ। ਅੱਛਾ ਜੀ, ਜਿੱਥੋਂ ਤੱਕ ਹੁਣ ਮੇਨ ਦੀ ਤਿਆਰੀ ਹੈ, ਮੇਨ ਵਾਸਤੇ ਆਪਾਂ ਇਹ ਮੰਨ ਕੇ ਚੱਲਦੇ ਹਾਂ ਲਗਭਗ ਆਪਾਂ ਨੂੰ ਓਨਾ ਹੀ ਟਾਈਮ ਮਿਲਿਆ ਹੈਗਾ ਜਿੰਨਾ ਕਿ ਪਹਿਲਾਂ ਮਿਲਦਾ ਸੀ। ਇਹ ਤਾਂ ਆਪਾਂ ਨੂੰ ਕਲੈਰਿਟੀ ਹੋ ਗਈ, ਉਹਦੇ 'ਚ ਆਪਾਂ ਨੂੰ ਕੋਈ ਵੀ ਵਰੀ ਕਰਨ ਦੀ ਲੋੜ ਨਹੀਂ ਹੈਗੀ, ਆਪਾਂ ਉੱਥੇ ਇਕੁਅਲ ਪਲੇਟਫਾਰਮ ਤੇ ਹੋਵਾਂਗੇ। ਆਪਣੇ ਕੋਲੇ ਇੱਕ ਪੋਜ਼ਿਟਿਵ ਫੈਕਟਰ ਕੀ ਆ ਗਿਆ, ਸੋਹਣੀ ਚੀਜ਼ ਕੀ ਹੋ ਗਈ ਕਿ ਆਪਾਂ ਨੂੰ ਹੁਣ ਵੀ 4 ਮਹੀਨੇ ਦਾ ਟਾਈਮ ਮਿਲ ਗਿਆ। ਠੀਕ ਹੈ, ਉਹਨਾਂ 4 ਮਹੀਨੇ ਦੌਰਾਨ ਸਭ ਤੋਂ ਪਹਿਲਾਂ ਤਾਂ ਜੇ ਸਪੋਜ਼ ਇਹ ਪੇਪਰ ਆ ਜਾਂਦਾ ਕਿਤੇ ਸਤੰਬਰ 'ਚ ਹੀ ਆ ਜਾਂਦਾ ਜਾਂ ਅਗਸਤ ਦੇ ਵਿੱਚ, ਸਤੰਬਰ ਤਾਂ ਨਹੀਂ, ਜੇ ਅਗਸਤ ਦੇ ਵਿੱਚ ਹੀ ਆ ਜਾਂਦਾ ਜਾਂ ਜੁਲਾਈ ਦੇ ਐਂਡ 'ਚ ਵੀ ਆ ਜਾਂਦਾ, ਤਾਂ ਇੱਕ ਜਨਰਲ ਇੱਕ ਟੈਨਸ਼ਨ ਸਾਨੂੰ ਵੀ ਹੋਣੀ ਸੀ, ਪੇਰੈਂਟਸ ਨੂੰ ਵੀ ਹੋਣੀ ਸੀ ਕਿ ਜਦੋਂ ਅਸੀਂ ਐਗਜ਼ਾਮ ਸੈਂਟਰ ਤੇ ਜਾਣਾ ਹੈ ਉਹ ਫਿਜ਼ੀਕਲ ਡਿਸਟੈਂਸ ਨਹੀਂ ਮੇਨਟੇਨ ਰਹਿ ਪਾਏਗੀ, ਨਹੀਂ ਰਹਿ ਪਾਏਗੀ, ਤਾਂ ਉਹ ਤੋਂ ਵੀ ਆਪਾਂ ਥੋੜਾ ਜਿਹਾ ਨਿਕਲੇ ਆਏ ਕਿ ਅਕਤੂਬਰ ਤੱਕ ਆ ਜਿਹੜੀ ਸਥਿਤੀ ਬਹੁਤ ਨਾਰਮਲ ਹੋ ਜਾਏਗੀ, ਹੋਪਸ ਹੋ ਜਾਏਗੀ। ਅਗਲੀ ਚੀਜ਼, ਸਾਡੇ ਕੋਲੇ ਹੁਣ 4 ਮਹੀਨੇ ਦਾ ਟਾਈਮ ਹੈ, ਉਹਦੇ ਵਿੱਚ ਇੱਕ ਚੀਜ਼ ਆਪਾਂ ਧਿਆਨ ਰੱਖਣਾ ਹੈ ਕਿ ਆਪਾਂ ਇਹ 4 ਮਹੀਨੇ ਆ ਜਿਹੜੇ ਹੌਲੀ ਸੌਲੀ ਪ੍ਰੀ ਤੇ ਨਹੀਂ ਲਾਉਣੇ ਹੈਗੇ। ਠੀਕ ਹੈ, ਸਾਡੇ ਕੋਲ ਇਹੀ ਪੋਜ਼ਿਟਿਵ ਫੈਕਟਰ ਹੈ ਕਿ ਆਪਾਂ ਇਹਨਾਂ ਨੂੰ ਹੌਲੀ ਸੌਲੀ ਪ੍ਰੀ ਤੇ ਨਹੀਂ ਲਾਉਣਾ ਹੈਗਾ। ਜੇ ਸਾਨੂੰ ਇਹ ਲੱਗ ਰਿਹਾ ਹੈ, ਮੈਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਜਦੋਂ ਪੁਨੀਤ ਨਾਲ ਸੈਸ਼ਨ ਕੀਤਾ ਸੀ ਆਪਾਂ, ਉਦੋਂ ਵੀ ਇਹ ਗੱਲ ਸ਼ਾਇਦ ਆਈ ਸੀ ਜਾਂ ਉਸ ਤੋਂ ਪਹਿਲਾਂ ਕਿਸੇ ਜ਼ੂਮ ਸੈਸ਼ਨ ਦੇ ਵਿੱਚ ਮੇਰੇ ਧਿਆਨ 'ਚ ਨਹੀਂ ਹੈ ਕਿ ਜੇ ਆਪਾਂ ਨੂੰ ਹੁਣ ਜਦੋਂ ਵੀ UPSC 2 ਮਹੀਨੇ ਤੋਂ ਵੱਧ ਦਾ ਟਾਈਮ ਦਿੰਦੀ ਹੈ, ਜੇ ਅਸੀਂ ਉਹ ਪੂਰਾ ਟਾਈਮ ਪ੍ਰੀ ਤੇ ਸਪੈਂਡ ਕਰ ਰਹੇ ਹਾਂ, ਇਟ ਮੀਨਸ ਹੁਣ ਤੱਕ ਅਸੀਂ ਰੋਂਗ ਟਰੈਕ ਤੇ ਤਿਆਰੀ ਕਰ ਰਹੇ ਸੀ। ਫਿਰ ਸਾਨੂੰ ਇਹਦੇ ਤੇ ਨਹੀਂ ਖੁਸ਼ ਹੋਣਾ ਚਾਹੀਦਾ ਕਿ ਸਾਨੂੰ ਹੁਣ 4 ਮਹੀਨੇ ਮਿਲ ਗਏ, ਸਾਨੂੰ ਐਨਾਲਾਈਜ਼ ਕਰਨਾ ਚਾਹੀਦਾ ਕਿ ਕਿੱਥੇ ਸਾਡੇ ਕੋਈ ਇਸ਼ੂ ਚੱਲ ਰਿਹਾ ਹੈ, ਕੀ ਪ੍ਰੋਬਲਮ ਚੱਲ ਰਹੀ ਹੈ ਕਿ ਅਸੀਂ ਹੁਣ ਤੱਕ ਜਿਹੜਾ ਹੈਗਾ ਵਧੀਆ ਤਿਆਰੀ ਨਹੀਂ ਕਰ ਸਕੇ, ਇੱਕ ਲੈਵਲ ਤੱਕ ਨਹੀਂ ਪਹੁੰਚ ਸਕੇ, ਤਾਂ ਉਹ ਸਾਨੂੰ ਵੇਖਣ ਦੀ ਲੋੜ ਹੈਗੀ ਹੈ। ਠੀਕ ਹੈ ਜੀ। ਪਲੱਸ ਜਿਵੇਂ ਪਿਛਲੇ ਦਿਨਾਂ ਤੋਂ ਕਾਫੀ ਸਟੂਡੈਂਟਸ ਦੀ ਕਾਲ ਆ ਰਹੀ ਹੈ, ਮੈਸੇਜ ਵੀ ਆ ਰਹੇ ਸੀ ਕਿ ਆਨਸਰ ਰਾਈਟਿੰਗ, ਤਾਂ ਆਪਾਂ ਇਸੇ ਦਿਨ ਨੂੰ ਵੇਟ ਕਰ ਰਹੇ ਸੀ ਕਿ ਥੋੜਾ ਜਿਹਾ ਆਪਾਂ ਵਧੀਆ ਤਰੀਕੇ ਨਾਲ ਕੰਮ ਕਰੀਏ, ਜੋ ਵੀ ਕਰੀਏ। ਹੁਣ ਸਾਡੇ ਕੋਲ ਇਹ ਟਾਈਮ ਹੈਗਾ, ਤਾਂ ਹੁਣ ਅਸੀਂ ਕੀ ਕਰਨਾ ਹੈਗਾ ਇਸ ਵੇਲੇ। ਕੁਝ ਸਟੂਡੈਂਟਸ ਭਾਵੇਂ ਉਹ ਆਨਸਰ ਰਾਈਟਿੰਗ ਕਰਨੀ ਚਾਹੁੰਦੇ ਇਸ ਵੇਲੇ ਜਾਂ ਨਹੀਂ, ਉਹ ਵੱਖਰਾ, ਉਹਨੂੰ ਅਸੀਂ ਅਗਲੇ ਸਟੈਪ ਤੇ ਹੁਣੇ ਗੱਲ ਕਰਾਂਗੇ ਬਾਅਦ ਵਿੱਚ। ਪਹਿਲਾ ਪੁਆਇੰਟ ਇਹ ਹੈਗਾ ਕਿ ਹੁਣ ਅਸੀਂ ਟਾਈਮ ਨੂੰ ਡਿਵਾਈਡ ਕਰਕੇ ਚੱਲੀਏ, ਘੱਟੋ ਘੱਟ 2.5 ਮਹੀਨੇ, ਉਸ ਤੋਂ ਇੱਕ ਦਿਨ ਵੀ ਘੱਟ ਨਹੀਂ, 2.5 ਮਹੀਨੇ, ਮਤਲਬ ਜੂਨ ਦਾ ਪੂਰਾ ਮਹੀਨਾ, ਜੁਲਾਈ ਦਾ ਪੂਰਾ ਮਹੀਨਾ ਔਰ ਅਗਸਤ 16-17 ਤੱਕ, ਜਿਹਨੂੰ ਤੁਸੀਂ ਨੋਟ ਵੀ ਕਰ ਸਕਦੇ ਹੋ, ਉਦੋਂ ਤੱਕ ਅਸੀਂ ਟਾਈਮ ਡਿਵਾਈਡ ਕਰਕੇ ਚੱਲਣਾ, ਪ੍ਰੀ ਮੇਨ ਦੋਨਾਂ ਦਾ, ਪ੍ਰੀ ਤੇ ਮੇਨ ਦੋਨਾਂ ਨੂੰ ਟਾਈਮ ਦੇਣਾ ਹੈ। ਠੀਕ ਹੈ ਜੀ। ਪ੍ਰੀ ਨੂੰ ਕਿੰਨਾ ਕੁ ਟਾਈਮ ਸਾਨੂੰ ਦੇਣਾ ਚਾਹੀਦਾ ਹੈ, ਮੈਂ ਇੱਥੇ ਕਹਾਂਗਾ ਕਿ 60-40 ਤੋਂ ਸ਼ੁਰੂ ਕਰੋ ਤੁਸੀਂ। 60% ਟਾਈਮ ਆਪਣਾ ਜਿਹੜਾ ਉਹ ਮੇਨ ਨੂੰ ਦਿਓ, 40% ਤੋਂ ਵੀ ਘੱਟ ਦੇ ਸਕਦੇ ਹੋ ਤੁਸੀਂ 2.5 ਮਹੀਨੇ ਦਾ, 30% ਟਾਈਮ ਦਿਨ ਦਾ, 30% ਟਾਈਮ। ਠੀਕ ਹੈ, ਅਗਰ ਕਿਸੇ ਨੂੰ ਥੋੜੀ ਜਿਹੀ ਜ਼ਿਆਦਾ ਚਿੰਤਾ ਹੈਗੀ ਪ੍ਰੀ ਦੇ ਸੰਬੰਧ ਚ ਤਿਆਰੀ ਨੂੰ ਲੈ ਕੇ, ਤਾਂ 40% ਟਾਈਮ ਦੇ ਦਿਓ, ਤਾਂ 60 ਤੋਂ 70% ਜਿਹੜਾ ਟਾਈਮ ਉਹ ਮੇਨ ਨੂੰ ਦਿਓ ਇਸ ਵੇਲੇ। ਠੀਕ, 30% ਟਾਈਮ ਦਿਓ ਪ੍ਰੀ ਨੂੰ। ਉਹਦੇ ਵਿੱਚ ਕੀ ਕਰ ਸਕਦੇ ਹਾਂ ਆਪਾਂ ਕਿ ਜਸਟ ਇੱਕ ਸੈਕਿੰਡ, ਤਾਂ ਉਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਕਿ ਜਿਹੜਾ ਆਪਾਂ 60 ਤੋਂ 70% ਟਾਈਮ ਆਪਾਂ ਦੇਣਾ ਹੈਗਾ ਮੇਨ ਨੂੰ, ਉਹਦੇ ਵਿੱਚ ਉਹਨੂੰ ਪਲਾਨ ਕਰਨਾ ਆਪਾਂ ਕਿਵੇਂ ਕਰਨਾ। ਮੈਂ ਪ੍ਰੈਫਰ ਕਰਾਂਗਾ ਕਿ ਲਿਟਰੇਚਰ ਦੀ ਆਪਾਂ ਆਪਸ਼ਨ ਸਬਜੈਕਟ ਦੀ ਆਨਸਰ ਰਾਈਟਿੰਗ ਕਰੀਏ ਇਸ ਟਾਈਮ ਦੇ ਵਿੱਚ। ਉਹਦੇ ਕੁਝ ਫੈਕਟਰਸ ਨੇ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਆਪਸ਼ਨਲ ਆ ਜਿਹੜੀ ਉਹਦੀ ਇੱਕ ਵੇਟੇਜ ਹੈਗੀ ਆ ਵਧੀਆ। ਠੀਕ ਹੈ, ਤੇ ਲਿਟਰੇਚਰ ਦੀ ਤਾਂ ਹੋਰ ਵੀ ਵਧੀਆ ਹੈਗੀ ਹੈ। ਦੂਸਰੀ ਚੀਜ਼, ਸਿਲੇਬਸ ਸਾਡੇ ਕੋਲੇ ਘੱਟ ਹੈਗਾ। 2.5 ਮਹੀਨੇ ਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਸਾਰਾ ਸਿਲੇਬਸ ਆ ਜਿਹੜਾ ਆਨਸਰ ਰਾਈਟਿੰਗ ਕਰਕੇ ਕੰਪਲੀਟ ਕਰ ਦੇਵਾਂਗੇ, ਉਹ ਸ਼ਾਇਦ ਪੋਸੀਬਲ ਨਹੀਂ ਹੋਏਗਾ। ਕੁਝ ਸਟੂਡੈਂਟਸ ਉਹ ਕਰ ਵੀ ਲੈਣਗੇ, ਕੁਝ ਦੇ ਕੇਸ ਦੇ ਵਿੱਚ ਨਹੀਂ ਪੋਸੀਬਲ ਹੋਏਗਾ, ਜਿਹੜੇ ਬਿਲਕੁਲ ਜ਼ੀਰੋ ਤੋਂ ਸ਼ੁਰੂ ਕਰਨਗੇ ਆਨਸਰ ਰਾਈਟਿੰਗ। ਜਿਨ੍ਹਾਂ ਨੇ ਕੁਝ ਪਹਿਲਾਂ ਆਨਸਰ ਰਾਈਟਿੰਗ ਕੀਤੀ ਹੋਈ ਹੈ
ਉਹ ਕਰ ਵੀ ਸਕਦੇ ਹੈਗੇ ਆ, ਠੀਕ ਹੈ। ਤਾਂ ਆਪਾਂ ਉਹ ਜਦੋਂ ਕਰ ਲਾਂਗੇ ਤਾਂ ਘੱਟੋ ਘੱਟ ਇੱਕ ਚੀਜ਼ ਦੀ ਮੈਂ ਗਰੰਟੀ ਦੇ ਦੇਣਾ, ਜੇ ਤੁਸੀਂ 2.5 ਮਹੀਨੇ ਲਗਾਤਾਰ ਆਨਸਰ ਰਾਈਟਿੰਗ ਕਰ ਲਓਗੇ, ਉਹ ਆਨਸਰ ਰਾਈਟਿੰਗ ਦੀ ਕਿਵੇਂ ਕਰਨੀ ਉਹਦੀ ਵੀ ਆਪਾਂ ਹੁਣੇ ਕਰਾਂਗੇ, ਤਾਂ ਤੁਹਾਨੂੰ ਇੱਕ ਚੀਜ਼ ਹੈ, ਅਗਸਤ ਮਿਡ ਤੱਕ ਇੱਕ ਕੌਨਫੀਡੈਂਸ ਲੈਵਲ ਬਹੁਤ ਅਪ ਹੋਏਗਾ ਤੁਹਾਡਾ ਕਿ ਮੇਰਾ ਆਪਸ਼ਨਲ ਤਿਆਰ ਹੈ, ਚਾਹੇ ਆਨਸਰ ਰਾਈਟਿੰਗ ਨਹੀਂ ਹੋਈ ਬਟ ਮੈਨੂੰ ਰਾਈਟਿੰਗ ਸਕਿੱਲਸ ਮੇਰੀਆਂ ਬਣ ਗਈਆਂ ਤੇ ਮੈਨੂੰ ਉਹਦੀ ਜਿਹੜੀ ਹੈਗੀ ਹੈ, ਜਿਹਨੂੰ ਅਸੀਂ ਕਹਿੰਦੇ ਨਾ ਕਿ ਸੈਂਸ ਸਮਝ ਆ ਗਈ ਹੈ, ਨਬਜ਼ ਸਮਝ ਆ ਗਈ ਹੈ ਮੈਨੂੰ ਇਹਦੀ ਕਿ ਕਿਵੇਂ ਕਰਨਾ ਹੈਗਾ ਲਿਟਰੇਚਰ ਨੂੰ, ਠੀਕ ਹੈ। ਤਾਂ ਇਹ ਚੀਜ਼ ਹੈਗੀ ਹੈ, ਤਾਂ ਆਪਾਂ ਆਨਸਰ ਰਾਈਟਿੰਗ ਹੈ ਜਿਹੜੀ ਪੰਜਾਬੀ ਲਿਟਰੇਚਰ ਦੀ ਉਹ ਕਰ ਸਕਦੇ ਹਾਂ ਸ਼ੁਰੂ। ਅਗਲੀ ਚੀਜ਼, ਹੁਣ ਇਹਨੂੰ ਜਿਹੜੇ ਸਟੂਡੈਂਟਸ ਕਰਨਾ ਚਾਹੁੰਦੇ ਹੈਗੇ ਆ, ਡਿਸੀਜਨ ਦੇਖੋ ਦੋ ਤਰ੍ਹਾਂ ਸਟ੍ਰੈਟਜੀ ਬਣਦੀ ਹੈ। ਟੀਚਰ ਜਿਹੜਾ ਹੁੰਦਾ ਹੈ ਉਹ ਇਹਨੂੰ ਜਨਰਲ ਦੱਸਦਾ ਹੁੰਦਾ ਚੀਜ਼ਾਂ ਨੂੰ, ਸਾਰੀ ਸਥਿਤੀਆਂ ਨੂੰ ਦੇਖ, ਬਾਕੀ ਪਰਸਨ ਟੂ ਪਰਸਨ ਵੇਰੀ ਕਰਦਾ ਹੈ ਕਿ ਉਹਦੀਆਂ ਸਥਿਤੀਆਂ ਕੀ ਨੇ, ਉਹਨੇ ਕਿਵੇਂ ਕਰਨਾ। ਮੈਂ ਇਹ ਨਹੀਂ ਕਹਾਂਗਾ ਕਿ ਇਹਨੂੰ ਬਲਾਈਂਡਲੀ ਫੋਲੋ ਕਰਨਾ, ਠੀਕ ਹੈ। ਆਪਣੀਆਂ ਸਥਿਤੀਆਂ ਦੋਨਾਂ ਦਾ ਜਿਹੜਾ ਇੱਕ ਸਿੰਥੇਸਿਸ ਬਣਾਉਣਾ, ਟੀਚਰ ਕੀ ਕਹਿ ਰਿਹਾ, ਠੀਕ ਹੈ, ਔਰ ਤੁਹਾਡੀ ਆਪਣੀ ਸਥਿਤੀ ਕੀ, ਦੋਨਾਂ ਚੀਜ਼ਾਂ ਨੂੰ ਲੈ ਕੇ। ਹੁਣ ਜਿਹੜੇ ਸਟੂਡੈਂਟਸ ਇਹ ਲਿਟਰੇਚਰ ਦੀ ਆਨਸਰ ਰਾਈਟਿੰਗ ਕਰਨਾ ਚਾਹੁੰਦੇ, ਕਿਉਂਕਿ ਕੁਝ ਸਟੂਡੈਂਟਸ ਦੀ ਕਾਲ ਆਉਂਦੀ ਰਹੀ ਹੈ ਮੈਨੂੰ ਹੁਣ ਤੱਕ ਤੇ ਮੈਂ ਪੋਸਟਪੋਨ ਕਰਦਾ ਰਿਹਾ ਸੀ, ਥੋੜਾ ਜਿਹਾ ਆਪਾਂ ਵੇਟ ਕਰ ਲਈਏ 5 ਦਿਨ, ਤੇ ਉਹਦੇ ਵਿੱਚ ਹੁਣ ਅਸੀਂ ਕਰਨਾ ਕੀ ਹੈ, ਇੱਕ ਚੀਜ਼ ਥੋੜਾ ਜਿਹਾ ਨੂੰ ਧਿਆਨ ਨਾਲ ਚੱਲਿਓ, ਜਿਵੇਂ ਮੈਂ ਪਹਿਲਾਂ ਵੀ ਸ਼ੁਰੂ 'ਚ ਹੀ ਕਹਿਣਾ ਹੁਣ ਇਹ ਗੱਲ ਕਿ ਜਦੋਂ ਤੁਸੀਂ ਲਿਟਰੇਚਰ ਦੀ ਆਨਸਰ ਰਾਈਟਿੰਗ ਕਰੋਗੇ ਤਾਂ ਫਿਰ ਉਹਨੂੰ ਰੈਗੂਲਰ ਕਰਨਾ ਹੈ। ਫਿਰ ਉਹਦੇ ਵਿੱਚ ਇਹ ਨਹੀਂ ਹੈ ਕਿ ਇੱਕ ਆਨਸਰ ਭੇਜਦਾ ਜੀ 2 ਹਫ਼ਤੇ ਪਤਾ ਹੀ ਨਹੀਂ ਕਿੱਥੇ ਹੈਗੇ, ਕੋਈ ਫੀਡਬੈਕ ਨਹੀਂ ਲੈ ਰਹੇ। ਜੇ ਤੁਸੀਂ 2 ਫੀਡਬੈਕਸ ਨਹੀਂ ਲਓਗੇ, ਮੈਂ ਆਨਸਰ ਚੈੱਕ ਕਰਨੇ ਬੰਦ ਕਰ ਦੇਣਾ। ਕੁਝ ਸਟੂਡੈਂਟਸ ਹੋ ਸਕਦਾ ਤੁਹਾਡੇ 'ਚ ਹੋਣਗੇ ਜਿਨ੍ਹਾਂ ਦਾ ਐਕਸਪੀਰੀਅੰਸ ਰਿਹਾ ਹੋਏਗਾ, ਠੀਕ ਹੈ। ਤਾਂ ਮੇਰੀ ਰਿਕੁਐਸਟ ਹੈ ਕਿ ਪਲੀਜ਼ ਸੀਰੀਅਸਲੀ ਆਪਾਂ ਤਿਆਰੀ ਕਰਨੀ ਹੈਗੀ ਹੈ, ਸੀਰੀਅਸਲੀ ਆਨਸਰ ਰਾਈਟਿੰਗ ਕਰਨੀ, ਠੀਕ ਹੈ। ਤਾਂ ਜਦੋਂ ਆਨਸਰ ਰਾਈਟਿੰਗ ਹੁਣ ਤੁਸੀਂ ਸ਼ੁਰੂ ਕਰਨੀ ਹੈ ਆਫਟਰ 2 ਡੇ, ਆਪਾਂ ਆ ਜਾਏਗਾ ਫਰਾਈਡੇ, ਸੈਟਰਡੇ, ਸੰਡੇ, ਮੰਡੇ, ਮੋਸਟ ਪ੍ਰੋਬਬਲੀ ਟਿਊਜ਼ਡੇ ਆਪਾਂ ਸ਼ੁਰੂ ਕਰ ਦੇਵਾਂਗੇ। ਜਿਹੜੇ ਸਟੂਡੈਂਟਸ ਕਰਨੀ ਚਾਹੁਣਗੇ ਆਨਸਰ ਆਪਾਂ ਸਟਾਰਟ ਕਰ ਦੇਣਾ ਉਹਦੇ, ਤੇ ਉਹਦੇ ਵਿੱਚ ਕੀ ਹੈ, ਵੀਕਲੀ ਕੁਛ ਇਸ਼ੂ ਆ ਰਿਹਾ ਜੀ, ਮੈਨੂੰ ਇਸ਼ੂ ਆ ਰਹੀ ਹੈ, ਦੇਖੋ ਕਿ जस्ट एक सेकंड जी, बच्चे आईडी भी मांग रहे हैं, थोड़ा जिहा अपन नाल लगन में कोशिश कर ली आ जाएंगे। संचित बांसल तो आ रही है सर प्रॉब्लम थोड़ी। सचित बांसल जी ਤੁਹਾਡੀ ਆਵਾਜ਼ ਰਿਪੀਟ ਹੋ ਰਹੀ ਹੈ। ਹਾਂਜੀ ਹਾਂ ਉਹਨਾਂ ਦੇ सचित जी ਹੁਣ ਠੀਕ ਹੈ ਨਾ? ਅੱਛਾ ਹਾਂਜੀ ਆਪਾਂ ਪਹਿਲਾਂ ਵੀ ਜਿਹੜੇ ਸਟੂਡੈਂਟਸ ਆਨਸਰ ਰਾਈਟਿੰਗ ਕਰਦੇ ਰਹੇ ਆ ਰੈਗੂਲਰ, ਆਪਣੀ ਪਹਿਲਾਂ ਵੀ ਉਹੀ ਸਟ੍ਰੈਟਜੀ ਰਹੀ ਆ, ਹੁਣ ਵੀ ਮੈਂ ਰਿਪੀਟ ਕਰਦਾ ਸਭ ਦੇ ਲਈ ਕਿ ਵੀਕਲੀ ਆਪਾਂ 2 ਫੀਡਬੈਕਸ ਕਰਿਆ ਕਰਾਂਗੇ। ਉਹਦੇ ਲਈ ਹਰ ਬੱਚੇ ਦਾ ਜਿਹੜਾ ਇੱਕ ਦਿਨ ਫਿਕਸ ਹੋਏਗਾ, ਵੀਕ ਦੇ ਵਿੱਚ 2 ਦਿਨ, ਮਤਲਬ ਉਹ ਟਾਈਮ ਫਿਕਸ ਹੋਏਗਾ ਕਿ ਕਿਸ ਦਿਨ ਤੁਸੀਂ ਅਸਾਈਨਮੈਂਟ ਸਬਮਿਟ ਕਰਨੀ ਹੈ, ਠੀਕ ਹੈ। ਕੁਐਸਚਨਸ ਤੁਹਾਡੇ ਕੋਲੇ ਪਹੁੰਚ ਜਾਣਗੇ, ਕਾਫੀ ਕੁਐਸਚਨ ਆਪਣੀ ਵੈਬਸਾਈਟ ਤੇ ਵੀ ਪਾਏ ਹੋਏ ਨੇ, ਠੀਕ ਹੈ। ਜਿਹੜੇ ਵੀ ਸਟੂਡੈਂਟ ਨੇ ਤਿਆਰੀ ਆਨਸਰ ਰਾਈਟਿੰਗ ਸ਼ੁਰੂ ਕਰਨੀ ਹੈ, ਸਭ ਤੋਂ ਪਹਿਲਾਂ ਤਾਂ ਉਹ ਸਟੂਡੈਂਟਸ ਜਿਨ੍ਹਾਂ ਨੇ ਹੁਣੇ ਸ਼ੁਰੂ ਕਰਨੀ ਹੈ 0 ਤੋਂ ਹੋ ਕੇ, ਉਹ ਖਾਸ ਤੌਰ ਤੇ ਇਸ ਚੀਜ਼ ਤੇ ਧਿਆਨ ਦੇ ਦੇਣ ਜੀ ਪਲੀਜ਼, ਕਿ ਆਨਸਰ ਰਾਈਟਿੰਗ ਤੁਸੀਂ ਇਦਾਂ ਹੀ ਨਹੀਂ ਸ਼ੁਰੂ ਕਰ ਲੈਣੀ ਕਿ 5 7 10 ਆਨਸਰ ਜਿੱਥੋਂ ਵੀ ਲਿਖ ਕੇ ਭੇਜ ਦਿੱਤੇ, ਨਹੀਂ, ਬਿਲਕੁਲ ਵੀ ਨਹੀਂ। ਪਹਿਲਾਂ ਫੋਨ ਤੇ ਗੱਲ ਕਰ ਲੈਣੀ ਹੈ ਮੇਰੇ ਨਾਲ, ਠੀਕ ਹੈ, ਕਿ ਮੈਂ ਅਜੇ ਸ਼ੁਰੂ ਕਰਨੀ ਹੈ, ਹੁਣ ਤੱਕ ਨਹੀਂ ਸੀ ਕੀਤੀ। ਤਾਂ ਉਹਦੇ ਤੇ ਜਿਹੜਾ ਜਨਰਲੀ ਆਪਾਂ ਸ਼ੇਖ ਫਰੀਦ ਜੀ ਤੋਂ ਆਨਸਰ ਰਾਈਟਿੰਗ ਸ਼ੁਰੂ ਕਰਦੇ ਹਾਂ, ਉਹਦੇ ਕੁਝ ਰੀਜ਼ਨਸ ਨੇ, ਉਹ ਆਪਾਂ ਇੱਥੇ ਹੁਣ ਐਕਸਪਲੇਨ ਨਹੀਂ ਕਰਾਂਗੇ। ਜਿਹੜੇ ਬੱਚੇ ਕਰ ਰਹੇ ਆਲਰੇਡੀ ਉਹਨਾਂ ਨੂੰ ਪਤਾ ਹੈ ਕਿ ਆਪਾਂ ਕਿਉਂ ਸ਼ੇਖ ਫਰੀਦ ਤੋਂ ਕੀਤੀ ਹੋਈ ਹੈ। ਆਪਾਂ ਸ਼ੇਖ ਫਰੀਦ ਜੀ ਵਾਲੇ ਟੌਪਿਕ ਤੋਂ ਆਨਸਰ ਰਾਈਟਿੰਗ ਸ਼ੁਰੂ ਕਰਾਂਗੇ, ਔਰ ਉਹਦੇ ਵਿੱਚ ਵੀ ਸਿਰਫ 2 ਕੁਐਸਚਨਸ ਜਿਹੜੇ ਵੈਬਸਾਈਟ ਤੇ ਪਏ ਹੋਏ ਉਹਨਾਂ ਚ ਫਸਟ 2 ਕੁਐਸਚਨਸ ਕੋਈ ਰੈਂਡਮਲੀ ਨਹੀਂ, ਉਹ ਲਿਖ ਕੇ ਭੇਜਣੇ ਹੋਣਗੇ, ਠੀਕ ਹੈ ਜੀ। 3 ਵੀ ਨਹੀਂ ਲਿਖ ਕੇ ਭੇਜਣੇ, ਠੀਕ। ਹਾਂ ਹੁਣ ਉਸ ਤੋਂ ਅੱਗੇ ਆਪਾਂ ਕਰਨਾ ਕੀ ਹੈ ਕਿ ਹਰ ਵੀਕ ਤੁਹਾਡੇ ਦਿਨ ਫਿਕਸ ਹੋਣਗੇ, ਇਸ ਦਿਨ ਤੱਕ ਤੁਹਾਡੀ ਅਸਾਈਨਮੈਂਟ ਹੈ ਜਿਹੜੀ ਉਹ ਸਬਮਿਟ ਹੋ ਜਾਣੀ ਚਾਹੀਦੀ ਹੈ। ਉਸ ਤੋਂ ਬਾਅਦ ਫਿਰ ਉਹ ਤੋਂ ਬਾਅਦ ਵੀ ਫਿਕਸ ਹੋਏਗਾ, ਹਰ ਇੱਕ ਬੱਚੇ ਨੂੰ ਦੱਸਿਆ ਜਾਏਗਾ ਕਿ 2 ਦਿਨ ਮੈਕਸਿਮਮ 2 ਦਿਨ ਆਪਾਂ ਲੈਣੇ ਹੁੰਦੇ ਨੇ ਕਿ ਤੁਹਾਡੇ ਕੋਲੇ ਜਿਹੜੀ ਹੈ ਆਨਸਰ ਸ਼ੀਟ ਚੈੱਕ ਹੋ ਕੇ ਤੁਹਾਡੀ ਮੇਲ ਤੇ ਆ ਜਾਏਗੀ, ਔਰ ਉਹਦੇ ਵਿੱਚ ਮੈਂਸ਼ਨ ਹੋਏਗਾ ਕਿੰਨੇ ਵਜੇ ਟੈਲੀਫੋਨਿਕਲੀ ਫੀਡਬੈਕ ਹੈ, ਉਹਦਾ ਟਾਈਮ ਦੇ ਵਿੱਚ ਮੈਂਸ਼ਨ ਹੋਏਗਾ, ਠੀਕ ਹੈ। ਉਹਦੇ ਚ ਵੀ ਆਪਾਂ 6-7 ਘੰਟੇ ਦਾ ਟਾਈਮ ਰੱਖਦੇ ਹੁੰਦੇ ਆ ਜਨਰਲੀ, ਤਾਂ ਕਿ ਤੁਸੀਂ ਮੇਲ ਚੈੱਕ ਕਰ ਸਕੋ ਔਰ ਟਾਈਮ ਆਪਣਾ ਮੈਨੇਜ ਵੀ ਕਰ ਸਕੋ। ਕਈ ਵਾਰ ਤਾਂ ਆਪਾਂ ਨੈਕਸਟ ਡੇ ਵੀ ਰੱਖਦੇ, ਤਾਂ ਇਹ ਮੇਰੀ ਰਿਕੁਐਸਟ ਹੈ ਇੰਨੀ ਤੋਂ, ਠੀਕ ਹੈ। ਆਪਾਂ ਉਸ ਟਾਈਮ ਪਲਾਨ ਦੇ ਵਿੱਚ ਚੱਲਣਾ, ਇਹ ਨਹੀਂ ਹੈ ਕਿ ਕਿਸੇ ਵੀ ਵੇਲੇ ਆਪਾਂ ਅਸਾਈਨਮੈਂਟਸ ਭੇਜੀ ਜਾਂਦੇ, ਫਿਰ ਉਹ ਸਭ ਦਾ ਪਲਾਨ ਹੈ ਨਾ ਜਿਹੜਾ, ਉਹ ਸਭ ਦਾ ਜਿਹੜਾ ਟਾਈਮ ਸ਼ਡਿਊਲ ਆ ਉਹ ਡਿਸਟਰਬ ਹੋ ਜਾਂਦਾ ਹੈਗਾ। ਤਾਂ ਇੱਕ ਚੀਜ਼ ਇਹ ਹੈਗੀ। ਦੂਸਰੀ ਚੀਜ਼ ਥੋੜਾ ਜਿਹਾ ਇਹਦੇ ਵਿੱਚ ਕਿ ਜਿਹੜੇ ਸਟੂਡੈਂਟਸ ਆਨਸਰ ਰਾਈਟਿੰਗ ਸ਼ੁਰੂ ਕਰਨਗੇ, ਪਲੀਜ਼ ਬੜੇ ਧਿਆਨ ਨਾਲ, ਬੜਾ ਸੋਚ ਸਮਝ ਕੇ ਸ਼ੁਰੂ ਕਰਿਓ ਕਿ 2.5 ਮਹੀਨੇ ਤੁਸੀਂ ਆਨਸਰ ਰਾਈਟਿੰਗ ਉਹ ਕਰਨੀ ਹੋਏ,
ਤੇ ਮੈਂ ਫੇਰ ਰਿਕੁਐਸਟ ਕਰਦਾ, ਜੇ ਉਹਦੇ ਵਿੱਚੋਂ ਤੁਸੀਂ ਭੱਜ ਗਏ ਤਾਂ ਇੱਕ ਗੱਲ ਯਾਦ ਰੱਖ ਲਿਓ, ਪ੍ਰੀ ਤੋਂ ਬਾਅਦ ਮੈਂ ਨਹੀਂ ਤੁਹਾਨੂੰ ਉਠਾਉਂਗਾ ਉਸ ਉੱਤੇ, ਠੀਕ ਹੈ। ਮੈਨੂੰ ਚਾਹੇ ਕਰੋਨਾ ਦੇ ਵਿੱਚ ਸਵਿਟਜ਼ਰਲੈਂਡ ਕਿਉਂ ਨਾ ਭੱਜਣਾ ਪਏ, ਠੀਕ ਹੈ, ਮੈਂ ਨਹੀਂ ਉਠਾਵਾਂਗਾ, ਠੀਕ ਹੈ। ਤੇ ਜਿਹੜੇ ਬੱਚੇ ਸੀਰੀਅਸਲੀ ਕਰ ਰਹੇ ਉਹਨਾਂ ਨੂੰ ਪਤਾ ਹੋਏਗਾ ਕਿ ਸੀਰੀਅਸਲੀ ਉਹਨਾਂ ਤੇ ਕੰਮ ਹੁੰਦਾ ਹੈ, ਠੀਕ ਹੈ। ਤਾਂ ਇੱਕ ਚੀਜ਼ ਦਾ ਧਿਆਨ ਰੱਖ, ਜੇ ਤੁਸੀਂ ਭੱਜ ਕੇ 1.5 ਮਹੀਨੇ ਬਾਅਦ ਜੀ ਸਾਡੇ ਤੇ ਪ੍ਰੀ ਦੀ ਟੈਨਸ਼ਨ ਹੈ, ਫਿਰ ਉਹ ਮਾਫੀਯੋਗ ਨਹੀਂ ਹੋਏਗੀ, ਠੀਕ ਹੈ। ਕਿਉਂਕਿ ਜਦੋਂ ਤੱਕ ਆਪਾਂ ਘੱਟੋ ਘੱਟ 2.5 ਮਹੀਨੇ ਆਨਸਰ ਰਾਈਟਿੰਗ ਨਹੀਂ ਕਰਾਂਗੇ, ਆਪਾਂ ਨੂੰ ਖੁਦ ਨੂੰ ਹੀ ਆਪਣੀ ਇੰਪਰੂਵਮੈਂਟ ਸਾਹਮਣੇ ਨਹੀਂ ਆਉਣੀ, ਠੀਕ ਹੈ। ਇਹ ਮੈਂ ਵਾਰ-ਵਾਰ ਰਿਕੁਐਸਟ ਕਰਦਾ ਮੈਂ ਕਿ ਇੰਨਾ ਕਿ ਮੇਰੇ ਨਾਲ ਕੋਆਪਰੇਟ ਕਰ ਲਓ। ਤਾਂ ਹੁਣ ਇਹਦੇ ਵਿੱਚ ਅਗਲੀ ਆਪਣੀ ਜਿਹੜੀ ਚੀਜ਼ ਹੈਗੀ ਹੈ ਕਿ ਇਹਨੂੰ ਸੋਚ ਸਮਝ ਕੇ ਪਲੀਜ਼ ਸ਼ੁਰੂ ਕਰਿਓ ਵੀ ਆਨਸਰ ਰਾਈਟਿੰਗ ਕਰਨੀ ਹੈ, ਉਹ ਵੀਕਲੀ ਮਤਲਬ 2 ਟਾਈਮ ਵਾਰੀ ਤੁਹਾਡੇ ਆਨਸਰ ਆਉਣੇ ਚਾਹੀਦੇ ਆ ਆਪਣੇ। ਡਨ। ਇੱਕ ਚੀਜ਼ ਇਹ ਹੈਗੀ ਤਾਂ 2.5 ਮਹੀਨੇ ਤੱਕ ਆਪਾਂ ਆਨਸਰ ਰਾਈਟਿੰਗ ਨੂੰ ਚਲਾਵਾਂਗੇ। ਅਗਲਾ ਪੁਆਇੰਟ, ਜਿਹੜੇ ਸਟੂਡੈਂਟਸ ਹੁਣ ਆਨਸਰ ਰਾਈਟਿੰਗ ਨਹੀਂ ਵੀ ਕਰਨਾ ਚਾਹੁੰਦੇ ਲਿਟਰੇਚਰ ਦੀ, ਉਹਨਾਂ ਦੀ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ ਕਿ ਕੋਸ਼ਿਸ਼ ਇਹ ਕਰ ਲਿਓ ਕਿ ਆਪਾਂ ਐਥਿਕਸ ਵਾਲਾ ਪੇਪਰ ਚੱਕ ਲਈਏ, ਠੀਕ ਹੈ। ਐਥਿਕਸ ਵਾਲਾ ਪੇਪਰ ਚੱਕ ਲਓ, ਉਹਦੇ 'ਚ ਨਾ ਤੁਸੀਂ ਫਿਰ ਪ੍ਰੋਪਰ ਕੰਮ ਕਰ ਲਓ, ਐਥਿਕਸ ਤੇ ਮਤਲਬ ਐਫਰਟ ਲਾਓ ਪੂਰੇ। ਉਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਕਿ ਐਥਿਕਸ ਦੇ ਵਿੱਚ ਪ੍ਰੋਪਰ ਆਨਸਰ ਰਾਈਟਿੰਗ ਵੀ ਕਰੋ, ਕੋਸ਼ਿਸ਼ ਕਰੋ ਕਿਹੜੇ ਇੰਸਟੀਚਿਊਟ ਨਾਲ ਜਿੱਥੇ ਵੀ ਤੁਹਾਡਾ ਦਿਲ ਕਰਦਾ ਉਸ ਇੰਸਟੀਚਿਊਟ ਜਿਹੜੇ ਤੁਹਾਨੂੰ ਵਧੀਆ ਲੱਗਦਾ ਇੰਸਟੀਚਿਊਟ ਉਹਨਾਂ ਨਾਲ ਟਾਈ ਅਪ ਕਰ ਲਓ, ਆਨਸਰ ਰਾਈਟਿੰਗ ਉੱਥੇ ਸ਼ੁਰੂ ਕਰ ਸਕਦੇ ਹੋ। ਪਲੀਜ਼ ਘੱਟੋ ਘੱਟ ਆਪਣਾ ਇੱਕ ਉਹ ਪੇਪਰ ਫਿਰ ਤਿਆਰ ਹੋ ਜਾਵੇ। ਜੇ ਕਿਸੇ ਦਾ ਲਿਟਰੇਚਰ ਤਿਆਰ ਹੈਗਾ ਵੀ ਹੈ, ਕੁਛ ਸਟੂਡੈਂਟਸ ਹੈਗੇ ਨੇ ਤੁਹਾਡੇ ਵਿੱਚ ਇਸ ਵੇਲੇ ਜਿਹਨਾਂ ਦਾ ਲਿਟਰੇਚਰ ਵਿੱਚ ਜਿਹਨਾਂ ਨੇ ਕਾਫੀ ਆਨਸਰ ਰਾਈਟਿੰਗ ਕੀਤੀ ਹੋਈ ਹੈ, ਉਹ ਬਾਅਦ ਵੀ ਕਰ ਸਕਦੇ ਆ, ਕੋਈ ਇਸ਼ੂ ਗੱਲ ਕਰਕੇ ਪਰ ਮੇਰੇ ਨਾਲ ਆਪ ਨਾਲ ਡਿਸਾਈਡ ਕਰ ਲਿਓ, ਠੀਕ ਹੈ। ਅਗਲੀ ਚੀਜ਼ ਕਿ ਜੇ ਤੁਸੀਂ ਹੋਰ ਕੋਈ ਸਬਜੈਕਟ ਚੱਕਣਾ ਚਾਹੋ ਤਾਂ ਫਿਰ ਐਥਿਕਸ ਚੱਕ ਲਓ, ਐਥਿਕਸ ਨੂੰ ਪ੍ਰੋਪਰਲੀ ਤਿਆਰ ਕਰਕੇ ਰੱਖੋ। ਰੀਜ਼ਨ ਉਹਦਾ ਕੀ ਹੈ ਕਿ ਆਪਾਂ ਦੇਖਦੇ ਹਾਂ, ਸਭ ਨੂੰ ਤੁਹਾਨੂੰ ਪਤਾ ਹੀ ਹੈ, ਤੁਸੀਂ ਵਿਚਾਰ ਹੈਗੇ ਨੇ ਤਿਆਰੀ ਕਰਦੇ ਨੇ ਕਿ ਜਿਹੜੀ ਆਪਣੀ ਮੈਰਿਟ ਹੈ ਨਾ ਉਹ ਆਪਸ਼ਨਲ, ਐਥਿਕਸ ਤੇ ਐਸੇ ਇਹਨਾਂ ਤੇ ਡਿਪੈਂਡ ਹੋ ਜਾਂਦੀ ਹੈ, ਠੀਕ ਹੈ। ਸ਼ਰਤ ਹੈ ਕਿ ਜਿਹੜਾ GS ਹੈ ਉਹ ਬਹੁਤ ਜ਼ਿਆਦਾ ਲੋ, ਐਵਰੇਜ ਤੋਂ ਲੋ ਨਾ ਚਲਾ ਜਾਏ, ਬਸ ਐਵਰੇਜ ਸਕੋਰ ਉਹਦੇ 'ਚ ਰਹਿ ਜਾਏਗਾ। ਤਾਂ ਬਾਕੀ GS ਹੈ ਜਿਹੜੀ ਉਹਨੂੰ ਆਪਾਂ ਰੂਟੀਨ ਦੇ ਵਿੱਚ 2-2 3-3 ਘੰਟੇ ਉਹਨੂੰ ਦੇ ਦਿਓ, ਪਰ ਇੱਕ ਟਾਈਮ ਹੈ ਜਿਹੜਾ ਖਾਸ ਤੌਰ ਤੇ ਫੋਕਸ ਕਰਦੇ ਹੋ ਤੁਸੀਂ ਐਥਿਕਸ ਤੇ, ਉਹਦੇ 'ਚ ਪ੍ਰੋਪਰ ਆਨਸਰ ਰਾਈਟਿੰਗ ਵੀ ਕਰੋ, ਪ੍ਰੋਪਰ ਉਹਨੂੰ ਤਿਆਰ ਕਰਕੇ ਰੱਖੋ, ਠੀਕ ਹੈ। ਤਾਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਕਰ ਸਕਦੇ ਹੋ, ਟਾਈਮ ਇੱਦਾਂ ਡਿਵਾਈਡ ਕਰ ਲਓ, ਇਹ ਚੀਜ਼ ਹੈ। ਤੇ ਬਾਕੀ ਜਦੋਂ ਆਪਣਾ ਪ੍ਰੀ ਹੋ ਗਿਆ, ਦੇਖੋ ਪ੍ਰੀ ਤੇ ਜਿਹੜਾ ਅਖੀਰਲਾ 1.5 ਮਹੀਨਾ ਹੋਏਗਾ, 2.5 ਮਹੀਨੇ ਹੁਣ ਆਪਾਂ ਪ੍ਰੀ ਪਲੱਸ ਮੇਨ ਨੂੰ ਦੇਵਾਂਗੇ, ਠੀਕ ਹੈ। ਫਿਰ ਟੋਟਲੀ ਪ੍ਰੀ ਤੇ ਸ਼ਿਫਟ ਹੋ ਜਾਓ, 1.5 ਮਹੀਨਾ ਫਿਰ ਲਾ ਦਿਓ ਪੂਰੀ ਤਰੀਕੇ ਨਾਲ, ਜਿਹਦੇ ਵਿੱਚ ਕਿ ਆਪਾਂ ਪ੍ਰੋਪਰ ਆਪਾਂ ਕਹਿ ਸਕਦੇ ਹਾਂ ਕਿ ਉਸ ਵੇਲੇ ਆਪਾਂ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਜਿਹੜੀ ਹੈਗੀ ਹੈ ਟੈਸਟ ਵੀ ਕਰਨੇ ਹੈਗੇ ਆ, ਟੈਸਟ ਪ੍ਰੈਕਟਿਸ ਕਰਾਂਗੇ, ਠੀਕ ਹੈ। ਉਹਦੇ ਵਿੱਚ ਵੀ ਕਿਸੇ ਸਟੂਡੈਂਟ ਨੂੰ ਕੋਈ ਵੀ ਹੈਲਪ ਚਾਹੀਦੀ ਹੋਈ, ਆਪਾਂ ਪਹਿਲਾਂ ਵੀ ਸੈਸ਼ਨ ਚਲਾਉਣੇ, ਮੈਂ ਬੜੇ ਵਾਰੀ ਕਹਿਣਾ ਹੁੰਦਾ ਕਿ ਉਸ 2 ਘੰਟੇ ਦਾ ਆਪਣਾ ਸੈਸ਼ਨ ਹੁੰਦਾ ਉਹ ਲਾ ਲਿਆ ਕਰੋ, ਠੀਕ ਹੈ। ਤੇ ਉਹ ਸੈਸ਼ਨ ਲਾ ਲਓ, ਠੀਕ ਹੈ। ਬਾਕੀ ਤੁਹਾਡੀ ਇੱਛਾ ਹੈ ਕਿ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ, ਹਰ ਕੋਈ ਆਪਣੀ ਆਪਣੀ ਸਟ੍ਰੈਟਜੀ ਹੁੰਦੀ ਹੈ। ਉਹ ਜਿਹੜਾ 1.5 ਮਹੀਨਾ ਆਪਾਂ ਪ੍ਰੋਪਰਲੀ ਉਹਦੇ ਤੇ ਕਰਨਾ। ਤੇ ਜਦੋਂ ਤੁਸੀਂ ਪ੍ਰੀ ਦੀ ਤਿਆਰੀ ਕਰਦੇ ਹੋ, ਮੈਂ ਵਾਰ-ਵਾਰ ਇਹ ਕਹਿਣਾ ਹੁੰਦਾ ਕਿ ਬਹੁਤ ਜ਼ਿਆਦਾ ਕੁਐਸਚਨ ਪੇਪਰ ਸੋਲਵ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਠੀਕ ਹੈ। 10 ਤੋਂ 12 ਕੁਐਸਚਨ ਪੇਪਰ ਸੋਲਵ ਕਰ ਲਓ, ਬਹੁਤ ਨੇ। ਸੋਲਵ ਕਰਨ ਦੀ ਟੈਕਨੀਕ ਸਮਝਣੀ ਹੁੰਦੀ ਹੈ ਬਸ, ਠੀਕ ਹੈ, ਕਿ ਕਿਵੇਂ ਸੋਲਵ ਕਰਨੇ ਆ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਮੈਂ ਫਿਰ ਉਹੀ ਚੀਜ਼ ਕਹਿਣਾ, ਬੀਇੰਗ ਏ ਇੰਜੀਨੀਅਰ, ਮੈਂ ਤਾਂ ਇਸ ਚੀਜ਼ ਦੇ ਵਿੱਚ ਵਿਸ਼ਵਾਸ ਰੱਖਦਾ ਵੀ ਘੱਟ ਤੋਂ ਘੱਟ ਜਿਹੜਾ ਹੈਗਾ ਆਪਣੀ ਇਨਪੁਟ ਦੇ ਵੱਧ ਤੋਂ ਵੱਧ ਆਊਟਪੁੱਟ ਲੈ ਕੇ ਆਓ, ਠੀਕ ਹੈ। ਸਮਾਰਟ ਵਰਕ ਉਹੀ ਹੁੰਦਾ, ਹਾਰਡ ਪਹਿਲਾਂ ਟੈਕਨੀਕ ਬਣਾਓ, ਫਿਰ ਉਹਦੇ ਤੇ ਹਾਰਡ ਵਰਕ ਕਰੋ, ਠੀਕ। ਤਾਂ ਇਹ ਚੀਜ਼ ਹੈਗੀ ਹੈ। ਤਾਂ ਆਪਾਂ ਲਾਸਟ ਵਾਲਾ 1.5 ਮਹੀਨਾ ਜਿਹੜਾ ਉਹਦੇ ਤੇ ਲਾਵਾਂਗੇ, ਕਿਉਂਕਿ ਤੁਹਾਡਾ ਪ੍ਰੀ ਵੀ ਇਸ ਤਰੀਕੇ ਨਾਲ ਤਿਆਰ ਹੋਣਾ ਚਾਹੀਦਾ ਹੈ ਤਾਂ ਕਿ ਜਿਸ ਦਿਨ ਸ਼ਾਮ ਨੂੰ 4 ਅਕਤੂਬਰ ਨੂੰ ਤੁਹਾਡੇ ਅੰਦਰ ਡਬਲ ਟ੍ਰਿਪਲ એનર્ਜੀ ਹੋਵੇ ਕਿ ਬਸ ਹੋ ਗਿਆ ਪ੍ਰੀ, ਤਾਂ ਹੁਣ ਫੋਕਸ ਕਰੀਏ ਆਪਾਂ ਨੇ। ਕਿਉਂਕਿ ਜਦੋਂ ਅਸੀਂ ਉਧਰ ਕੌਨਫੀਡੈਂਟ ਹੁੰਦੇ ਹਾਂ ਨਾ, ਤਾਂ ਅਸੀਂ ਬਹੁਤ ਜ਼ਿਆਦਾ એનર્ਜੀ ਨਾਲ ਕੰਮ ਕਰਦੇ ਹਾਂ ਮੇਨ ਤੇ, ਨਹੀਂ ਤਾਂ ਫਿਰ ਜਦੋਂ ਤੱਕ ਰਿਜ਼ਲਟ ਨਹੀਂ ਆਉਂਦਾ ਡਾਇਲਮਾ 'ਚ ਰਹਿੰਦੇ ਹਾਂ, ਪਤਾ ਨਹੀਂ ਹੋਏਗਾ ਨਹੀਂ ਹੋਏਗਾ, ਉਹ ਵੇਸਟੇਜ ਹੋ ਜਾਂਦੀ ਹੈ ਉਸ ਟਾਈਮ, ਠੀਕ ਹੈ। ਤਾਂ ਆਪਾਂ ਨੂੰ ਇੰਨਾ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ ਕਿ ਪ੍ਰੀ ਤਾਂ ਕਲੀਅਰ ਹੈ, ਪ੍ਰੀ ਪਾਰ, ਠੀਕ ਹੈ ਜੀ। ਉਹ ਚੀਜ਼ ਹੋਣੀ ਬਹੁਤ ਜ਼ਰੂਰੀ ਹੈਗੀ ਹੈ। ਉਹਦੇ ਵਿੱਚ ਕਿਵੇਂ ਖੇਡਣਾ ਉਹ ਵੀ ਥੋੜੀ ਜਿਹੀ ਤਾਂ ਚੀਜ਼ ਮੈਂ ਦੱਸ ਦਿੰਦਾ ਕਿ ਜਿਹੜਾ ਕੰਪੀਟੀਸ਼ਨ ਹੈ ਨਾ, ਉਹ ਕੰਪੀਟੀਸ਼ਨ ਤਾਂ 70,000 ਸਟੂਡੈਂਟਸ ਹੀ ਹੁੰਦੇ ਆ, ਐਸਪੀਰੈਂਟਸ ਜਿਹਨਾਂ 'ਚ ਕੰਪੀਟੀਸ਼ਨ ਹੁੰਦਾ, ਬਾਕੀ ਤਾਂ ਮੇਲਾ ਦੇਖਣ ਗਏ ਹੋਏ ਹੁੰਦੇ, ਠੀਕ ਹੈ। ਤੇ ਚਲੋ ਦੇਖ ਕੇ ਆਉਣੇ ਆ ਪੇਪਰ ਦੇ, ਠੀਕ ਹੈ। ਤਾਂ ਤੁਸੀਂ ਹੁਣ ਇਹ ਦੇਖ ਲਓ ਸਾਡੀ ਗਿਣਤੀ 70,000  'ਚ ਹੋ ਰਹੀ ਹੈ, ਉਹਨਾਂ 'ਚ ਕਿ ਨਹੀਂ ਹੋ ਰਹੀ,
ਰਾਈਟ। ਉੱਥੇ ਜਿਹੜਾ ਹੈਗਾ ਸਮਾਰਟ ਗੇਮ ਖੇਡਣੀ ਬਹੁਤ ਜ਼ਰੂਰੀ ਹੈਗੀ। ਤਾਂ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਆਪਾਂ, ਤਾਂ ਕਿ ਆਪਾਂ ਜਿਹੜਾ ਹੈਗਾ 4 ਅਕਤੂਬਰ ਨੂੰ ਇੰਨੇ ਕੌਨਫੀਡੈਂਸ ਦੇ ਵਿੱਚ ਹੋਈਏ ਕਿ ਆਪਾਂ ਫਰੋਮ ਦਾ ਵੈਰੀ ਨੈਕਸਟ ਡੇ ਆਪਾਂ ਫਿਰ ਮੇਨ ਦੀ ਤਿਆਰੀ ਸ਼ੁਰੂ ਕਰ ਦਈਏ। ਕਲੀਅਰ ਹੈ ਜੀ ਪੁਆਇੰਟ। ਦੂਸਰੀ ਚੀਜ਼ ਥੋੜੀ ਜਿਹੀ ਹੁਣ ਆਪਾਂ PPSC ਤੇ ਗੱਲ ਕਰ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਆਵਾਂਗੇ ਤੁਹਾਡੇ PPSC ਦੀ ਅਨਾਉਂਸਮੈਂਟ ਹੋ ਚੁੱਕੀ ਹੈ। 77 ਵੈਕੈਂਸੀਜ਼ ਹੈਗੀਆਂ ਨੇ ਜਿਹੜੀਆਂ। ਹੁਣ ਉਹਦੇ ਵਿੱਚ ਕੀ ਹੈ ਕਿ ਟੈਂਟੇਟਿਵ ਟਾਈਮ ਹੈ ਜਿਹੜਾ ਉਹ ਸਤੰਬਰ ਦਾ ਦੇ ਦੇ। ਉਹਦੇ 'ਚ ਇੱਕ ਚੀਜ਼ ਦੋ ਫੈਕਟਰ ਵੱਖਰੇ ਵੱਖਰੇ ਬਣ ਕੇ ਆਉਂਦੇ ਆ। ਇੱਕ ਤਾਂ ਚੀਜ਼ ਇਹ ਹੈਗੀ ਹੈ ਕਿ ਕੀ ਸਤੰਬਰ ਦੇ ਵਿੱਚ ਪੇਪਰ ਹੋ ਸਕੇਗਾ ਜਾਂ ਨਹੀਂ ਹੋ ਸਕੇਗਾ। ਇਹਦੇ ਵਿੱਚ ਫਿਰ ਤੋਂ ਸਾਡੇ ਅੰਦਰ ਉਹ ਡਾਇਲਮਾ ਸ਼ੁਰੂ ਹੋ ਜਾਏਗਾ, ਹੁਣ ਹੋ ਗਿਆ ਹੋਏਗਾ, ਜਿਹੜਾ ਅੱਜ ਦੁਪਹਿਰੇ 2-2:30 ਵਜੇ ਤੱਕ UPSC ਦੇ ਪ੍ਰੀ ਨੂੰ ਲੈ ਕੇ ਸੀ। ਠੀਕ ਹੈ, ਆਪਾਂ ਉਹਦੇ ਡਾਇਲਮਾ 'ਚ ਨਹੀਂ ਰਹਿਣਾ, ਫੋਕਸ ਕਰੋ IAS ਤੇ। ਸਿੱਧੀ ਜੀ ਗੱਲ ਇਹ ਹੈਗੀ ਹੈ। ਤੇ ਜਦੋਂ ਹੁਣ ਆਪਾਂ ਇੰਨੀ ਤਿਆਰੀ ਕਰ ਹੀ ਰਹੇ ਹਾਂ, ਵਾਈ PCS, ਵਾਈ ਨਾਟ IAS, ਉਨੀ ਮਿਹਨਤ ਕਰਕੇ। ਠੀਕ ਹੈ, ਤਾਂ ਫੋਕਸ IAS। ਅਗਲੀ ਚੀਜ਼, ਜਦੋਂ ਪੇਪਰ ਆਏਗਾ ਇਹਦਾ, ਉਦੋਂ ਆਪਾਂ ਫੋਕਸ ਕਿਹਦੇ ਤੇ ਕਰਨਾ ਹੋਏਗਾ। ਜਦੋਂ ਵੀ ਪੇਪਰ ਦੀ ਡੇਟ ਅਨਾਉਂਸ ਹੋਏਗੀ, ਉਹ ਘੱਟੋ ਘੱਟ 45 ਦਿਨ ਦਾ ਟਾਈਮ ਹੋਏਗਾ। ਆਪਾਂ ਉਸ ਵੇਲੇ ਦੇਖਾਂਗੇ ਕਿ ਸਥਿਤੀਆਂ ਕੀ, ਉਹਦੇ ਮੁਤਾਬਕ ਆਪਾਂ ਉਦੋਂ ਪਲਾਨ ਕਰਾਂਗੇ ਕਿ ਆਪਾਂ ਕੀ ਕਰਨਾ ਹੈਗਾ। ਉਸ ਵੇਲੇ ਉਹਦੀ CSAT ਤੇ ਖਾਸ ਫੋਕਸ ਕਰਨਾ ਪਏਗਾ। ਆਪਾਂ ਉਦੋਂ CSAT ਤੇ ਫੋਕਸ ਕਰ ਲਵਾਂਗੇ, ਕਿਉਂਕਿ CSAT ਹੈ ਜਿਹੜਾ ਉਹਦਾ ਬੜਾ ਇੱਕ ਮੇਜਰ ਪਾਰਟ ਹੈ ਉਹਦੇ 'ਚ ਸ਼ਾਰਟਲਿਸਟ ਹੋਣ ਦੇ ਵਿੱਚ। ਆਪਾਂ ਉਦੋਂ ਧਿਆਨ ਲੈ ਕੇ ਆਵਾਂਗੇ ਕਿ ਹੁਣ ਅਸੀਂ CSAT ਤੇ ਫੋਕਸ ਕਰਨਾ ਹੈ ਜਾਂ ਨਹੀਂ ਕਰਨਾ, ਕੀ ਕਰਨਾ ਹੈਗਾ। ਠੀਕ ਹੈ, ਉਸ ਵੇਲੇ ਅਸੀਂ ਦੇਖੀਏ। ਤਾਂ ਹੁਣ ਜਿਹੜਾ ਹੈਗਾ ਇਸ ਵੇਲੇ ਫੋਕਸ ਟੋਟਲੀ UPSC ਤੇ ਫੋਕਸ ਹੈ। ਜਦੋਂ ਪ੍ਰੀ ਦੀ ਡੇਟ ਅਨਾਉਂਸ ਹੋਏਗੀ, ਮੋਸਟ ਪ੍ਰੋਬਬਲੀ ਤਾਂ ਇਹ ਲੱਗ ਰਿਹਾ ਕਿ ਅਜੇ ਤੱਕ ਸਤੰਬਰ ਦੀ ਡੇਟ ਨਹੀਂ ਹੋ ਸਕਦੀ। ਕੋਈ ਜਿਹੜੀਆਂ ਸਥਿਤੀਆਂ ਚੱਲ ਰਹੀਆਂ ਨੇ, ਸਤੰਬਰ ਦੀ ਡੇਟ ਉਹ ਹੋ ਸਕਦਾ ਹੈ ਅਕਤੂਬਰ ਦੇ ਵਿੱਚ ਕੋਈ ਡੇਟ ਆ ਜਾਵੇ ਜਾਂ ਨਵੰਬਰ ਦਸੰਬਰ ਦੇ ਵਿੱਚ ਕੋਈ ਡੇਟ। ਤਾਂ ਇਹ ਚੀਜ਼ ਹੈ ਜੀ, ਉਹਨੂੰ ਲੈ ਕੇ ਬਿਲਕੁਲ ਵੀ ਡਾਇਲਮਾ 'ਚ ਨਹੀਂ ਰਹਿਣਾ। ਹਾਂ, ਜਿਹੜੇ ਸਟੂਡੈਂਟਸ ਤੁਹਾਡੇ ਵਿੱਚੋਂ ਕੋਈ ਇੱਦਾਂ ਦੇ ਸਟੂਡੈਂਟਸ ਜਿਨ੍ਹਾਂ ਨੇ ਇਸ ਵਾਰੀ ਅਪਲਾਈ ਕੀਤਾ ਹੀ ਨਹੀਂ ਹੈਗਾ UPSC ਵਾਸਤੇ, ਜਾਂ ਜਿਹੜੇ ਸਕਿਪ ਕਰਨ ਜਾ ਰਹੇ ਆ UPSC ਨੂੰ, ਫੋਕਸ ਹੀ PCS ਤੇ ਕਰ ਰਹੇ ਆ, ਤਾਂ ਉਹਨਾਂ ਵਾਸਤੇ ਮੈਂ ਸ਼ਾਰਟ ਦੇ ਵਿੱਚ ਇਹ ਕਹਾਂਗਾ ਕਿ ਅਜੇ ਤੱਕ ਫੋਕਸ ਹੈ ਜਿਹੜਾ ਉਹ ਮੇਨ ਤੇ ਰੱਖੋ। ਠੀਕ ਹੈ, ਮੇਨ ਤੇ ਰੱਖੋ, ਨਾਲ CSAT ਚਲਾਉਂਦੇ। ਠੀਕ ਹੈ, ਜਦੋਂ ਡੇਟ ਅਨਾਉਂਸ ਹੋਗੀ ਆਪਾਂ ਉਸ ਵੇਲੇ ਉਹਨੂੰ ਪ੍ਰੀ ਰਿਸਪੈਕਟ ਤੋਂ ਕਰ ਲਵਾਂਗੇ ਤੇ ਹੋ ਜਾਂਦਾ ਉਹਨੇ ਟਾਈਮ। ਕਿਉਂ? ਰੀਜ਼ਨ ਉਹਦਾ ਕੀ ਹੈ? ਕਿਉਂਕਿ PCS ਦੇ ਵਿੱਚ ਜਿਹੜੀ ਮੈਰਿਟ ਜਾਂਦੀ ਹੈ, ਫਿਰ ਆਪਾਂ ਉਸ ਗੱਲ ਤੇ ਆ ਰਹੇ ਹਾਂ ਕਿ ਉਹ ਡਿਪੈਂਡ ਕਰਦੀ ਹੈਗੀ CSAT ਤੇ ਜ਼ਿਆਦਾ। ਤੇ CSAT ਦੇ ਵਿੱਚ ਰੱਟੇ ਨਹੀਂ, CSAT ਦੇ ਵਿੱਚ ਤਕਨੀਕ ਹੈ। ਉਹ ਤਕਨੀਕ ਬਰਸ਼ ਅਪ ਆਪਾਂ ਕਰ ਸਕਦੇ ਹਾਂ ਉਹਨਾਂ ਦਿਨਾਂ ਦੇ ਵਿੱਚ, 45 ਦਿਨਾਂ। ਤੋਂ ਇੰਨੀ ਕੁ ਚੀਜ਼ ਮੈਂ ਉਹਨਾਂ ਵਾਸਤੇ। ਕੋਈ ਹਾਂਜੀ ਪਲੀਜ਼, ਥੋੜੀ ਡਿਸਟਰਬੈਂਸ ਆ ਰਹੀ ਹੈ ਜੀ, ਚੈੱਕ ਕਰ ਲਿਓ ਪਲੀਜ਼। ਹਰਵੀਨ ਦੇ ਹਾਂਜੀ, ਤੇ ਪਲੀਜ਼ ਹਾਂਜੀ, ਹੁਣ ਕੋਈ ਵੀ ਤੁਹਾਡੇ ਡਾਊਟਸ ਹੈਗੇ ਨੇ ਪਲੀਜ਼ 1 ਬਾਏ 1 ਆਪਾਂ ਕੁਐਸਚਨਸ ਲੈ ਲੈਣੇ ਆ। ਕੁਝ ਵੀ ਪੁੱਛਣਾ ਚਾਹੁੰਦੇ ਤਾਂ ਪਲੀਜ਼। ਸਰ PCS ਵਿੱਚ ਕਿਹੜੀ ਬੁੱਕਸ ਨੂੰ ਪਹਿਲਾਂ ਪ੍ਰੈਫਰ ਕਰੀਏ ਪੰਜਾਬ ਰਿਲੇਟਡ ਵਿੱਚ? PCS ਦੇ ਵਿੱਚ ਕਿਹੜੀਆਂ ਬੁੱਕਸ ਨੂੰ ਪ੍ਰੈਫਰ ਕਰੀਏ? ਪੰਜਾਬ ਰਿਲੇਟਡ ਜਿਹੜਾ ਟੌਪਿਕ ਹੈਗਾ, ਜਿਵੇਂ ਆਪਣੇ ਪੰਜਾਬ ਦੀ ਹਿਸਟਰੀ ਹੋ ਗਈ, ਹਾਂਜੀ ਇਹ ਚੀਜ਼ਾਂ ਨੂੰ, ਹਾਂਜੀ ਇਹ ਚੀਜ਼ ਨੂੰ ਕਿਹੜਾ ਸਰ ਇੱਕ ਦੱਸ ਦਿਓ। ਠੀਕ ਹੈ, ਠੀਕ ਹੈ। ਉਹਦੇ ਪੰਜਾਬ ਵਾਸਤੇ ਰਿਲੇਟਡ ਸਾਰਾ। ਹਾਂਜੀ, ਉਹਦੇ ਵਾਸਤੇ ਦੇਖੋ ਦੋ ਤਰ੍ਹਾਂ ਦੇ ਸੋਰਸਸ ਆਉਂਦੇ ਆ। ਇੱਕ ਤਾਂ ਉਹ ਹੈ ਕਿ ਜਿਹੜੇ ਬੇਸਿਕ ਸੋਰਸਸ ਹੈਗੇ ਨੇ। ਠੀਕ ਹੈ, ਬੇਸਿਕ ਦੇ ਵਿੱਚ ਮੈਂ ਕੀ ਕਹਾਂਗਾ ਕਿ ਪੰਜਾਬ ਹਿਸਟਰੀ ਹੈ ਜਿਹੜੀ, ਉਹ ਗ੍ਰੈਜੂਏਸ਼ਨ ਦੀਆਂ ਕਿਤਾਬਾਂ ਦੇ ਵਿੱਚ ਮਿਲ ਜਾਂਦੀ ਹੈ। ਠੀਕ ਹੈ, ਤੁਹਾਡੇ ਜਿਵੇਂ ਜਲੰਧਰ ਦੇ ਵਿੱਚ ਮਾਈ ਹੀਰਾ ਗੇਟ ਹੈ, ਤੁਸੀਂ ਉੱਥੇ ਜੇ ਜਾਓਗੇ ਥੋੜਾ ਜਿਹਾ ਸਰਚ ਕਰੋਗੇ ਸ਼ਾਪਸ ਦੇ, ਉੱਥੇ ਤੁਹਾਨੂੰ ਮਿਲ ਹੀ ਜਾਣੀਆਂ ਕਿਤਾਬਾਂ। ਠੀਕ ਹੈ, ਜਿਹੜੀਆਂ ਗ੍ਰੈਜੂਏਸ਼ਨ ਦੀਆਂ ਬੁੱਕਸ ਨੇ ਉਹਨਾਂ ਦੇ ਵਿੱਚ ਪੰਜਾਬ ਹਿਸਟਰੀ ਹੈ ਜਿਹੜੀ, ਤਾਂ ਉਹਨੂੰ ਕਵਰ ਕਰ ਸਕਦੇ ਹੋ, ਉੱਥੋਂ ਕਰੋ। ਦੂਜੀ ਚੀਜ਼, ਉਹ ਸੋਰਸਿਸ ਹੁੰਦੇ ਆ ਥੋੜੇ ਜਿਹੇ ਜਿਹੜੇ ਕਿ ਪਾਰਟਿਕੂਲਰਲੀ ਇਹਨਾਂ ਐਗਜ਼ਾਮ ਨੂੰ ਲੈ ਕੇ ਬਣਾਏ ਜਾਂਦੇ ਆ। ਉਹਨਾਂ ਦੇ ਵਿੱਚ ਕਿਹੜੇ ਸਾਡੇ ਕੋਲੇ ਆਉਂਦੇ ਆ, ਜਿਵੇਂ ਸਾਡਾ ਪੰਜਾਬ ਬੁੱਕ ਹੈਗੀ ਆ ਮਨੀਸ਼ ਬਾਂਸਲ ਸਰ ਦੀ, ਕਾਫੀ ਫੇਮਸ ਹੈਗੀ ਆ ਉਹ। ਠੀਕ ਹੈ, ਰੰਗਲਾ ਪੰਜਾਬ ਹੈਗੀ ਆ, ਸਿਮਰਨ ਅਬਲੇਜ਼ ਅਕੈਡਮੀ ਵੱਲੋਂ ਹੈਗੀ ਆ। ਠੀਕ ਹੈ, ਸਿਮਰਨ ਸਰ ਨੇ ਕੰਪਾਈਲ ਕੀਤੀ ਆ ਉਹ ਵੀ, ਉਹਦੇ 'ਚ ਅੱਛੀ ਇਨਫੋਰਮੇਸ਼ਨ ਹੈਗੀ ਆ। ਠੀਕ ਹੈ, ਤਾਂ ਪੰਜਾਬ ਰਿਲੇਟਡ ਤੁਸੀਂ ਇਹਨਾਂ ਸੋਰਸਿਸ ਨੂੰ ਫੋਲੋ ਕਰ ਸਕਦੇ ਹੋ। ਪਲੱਸ ਪੰਜਾਬ ਰਿਲੇਟਡ ਇੱਕ ਕੋਈ ਨਿਊਜ਼ਪੇਪਰ ਵੀ ਸ਼ੁਰੂ ਕਰ ਲਓ।
द ट्रिब्यून शुरू कर सकते हो तुसीं, ठीक है, ओरिजिनल न्यूज़पेपर हैगा, ये वधिया हेल्प कर जी। ਸਰ हाँ जी ਸਰ ਜਿਵੇਂ ਮੈਂ ਪਹਿਲਾਂ ਕੁਝ ਆਨਸਰ ਰਾਈਟਿੰਗ ਕਰ ਲਈ ਸੀ ਪੇਪਰ ਬੀ ਦੀ, हाँ ਤਾਂ जी ਹੁਣ ਜਦੋਂ ਮੈਂ ਸ਼ੁਰੂ ਕਰੂੰਗੀ ਤਾਂ ਮੈਂ ਕੁਐਸਚਨ ਪੇਪਰ ਸਟਾਰਟ ਕਰ ਸਕਦੀ ਹਾਂ? ਬਿਲਕੁਲ ਡਿਪੈਂਡ ਕਰਦਾ, ਤੁਸੀਂ ਮੈਨੂੰ ਦੱਸ ਦਿਓ ਪਹਿਲਾਂ ਫੋਨ ਕਾਲ ਤੇ ਹਾਂਜੀ ਕਿਹੜੇ ਕਿਹੜੇ ਟੌਪਿਕਸ ਕਰ ਚੁੱਕੇ ਹੈਗੇ ਹੋ, ਠੀਕ ਹੈ, ਹਾਂਜੀ ਤੱਕ ਤੁਹਾਡੀ ਆਨਸਰ ਰਾਈਟਿੰਗ ਹੋ ਚੁੱਕੀ ਹੈਗੀ ਹੈ। ਨੋ ਡਾਊਟ ਆਪਣੇ ਲੈਵਲਸ ਨੇ ਕਿ ਪਹਿਲਾਂ ਆਪਾਂ ਟੌਪਿਕ ਵਾਈਜ਼ ਕਰਦੇ ਹੈਗੇ ਆ, ਉਹ ਸਾਰੇ ਸਟੂਡੈਂਟਸ ਨੂੰ ਪਤਾ ਹੀ ਹੈ। ਫਿਰ ਆਪਾਂ ਫੁੱਲ ਲੈਂਥ ਟੈਸਟ ਵੀ ਕਰਦੇ ਹਾਂ, ਫਿਰ ਆਪਾਂ UPSC ਵਾਲੇ ਪੇਪਰ ਵੀ ਕਰਦੇ ਹਾਂ, ਥੋੜਾ ਜਿਹਾ ਫਿਰ ਹੋਰ ਪਹੁੰਚ ਜਾਂਦੇ ਹਾਂ ਆਪਾਂ। ਪ੍ਰੈਕਟੀਕਲੀ ਕੀ ਹੈ ਕਿ ਵੈਸੇ ਬਹੁਤ ਘੱਟ ਹੁੰਦੇ ਆ ਜਿਹੜੇ ਕਿ ਬਹੁਤ ਘੱਟ ਸਟੂਡੈਂਟਸ ਹੁੰਦੇ ਆ ਜਿਹੜੇ ਕਿ ਸਾਰੇ ਲੈਵਲਸ ਦੇ ਗੋ ਥਰੂ ਹੋ ਜਾਂਦੇ ਆ ਆਪਣੇ ਟਾਈਮ ਕੰਸਟੈਂਟ ਨੂੰ ਲੈ ਕੇ। ਤੇ ਪਰ ਜਿਹੜਾ ਹੈਗਾ ਤੁਸੀਂ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਫੋਨ ਤੇ, ਉਹਦੇ ਮੁਤਾਬਕ ਫਿਰ ਆਪਾਂ ਡਿਸਾਈਡ ਕਰ ਲੈਣਾ। ਜੇ ਤੁਹਾਡਾ ਉਸ ਲੈਵਲ ਤੱਕ ਆਨਸਰ ਰਾਈਟਿੰਗ ਕਰ ਲਈ ਹੋਈ ਤੁਸੀਂ, ਤਾਂ ਫਿਰ ਆਪਾਂ ਸ਼ੁਰੂ ਕਰ ਦੇਵਾਂਗੇ ਡੈਫੀਨੇਟਲੀ ਜਿਹੜੇ UPSC ਦੇ ਕੁਐਸਚਨ ਪੇਪਰ ਨੇ। ਠੀਕ ਹੈ ਜੀ। ਹਾਂਜੀ ਸਰ ਜਿੱਦਾਂ ਆਨਸਰ ਰਾਈਟਿੰਗ 'ਚ ਹੁਣ ਆਪਣੇ 4 ਪਾਰਟ ਨੇ ਪੰਜਾਬੀ ਦੇ, ਦੋਨਾਂ ਪੇਪਰਾਂ ਦੇ 2-2, ਜੀ ਜੀ ਤੇ ਉਹਦੇ ਵਿੱਚੋਂ ਕਿਹੜਾ ਆਪਾਂ ਨੂੰ ਪਾਰਟ ਚੱਕਣਾ ਚਾਹੀਦਾ ਜਿਹੜਾ 1.5-2 ਮਹੀਨਿਆਂ 'ਚ ਆਰਾਮ ਨਾਲ ਵਧੀਆ ਕੰਪਲੀਟ ਹੋ ਜੇ? ਬਿਲਕੁਲ ਠੀਕ ਹੈ। ਤੁਸੀਂ ਹੋ ਗਿਆ ਸਰ? ਜੇ ਤਾਂ ਹਾਂਜੀ ਜੇ ਤਾਂ ਹੋ ਤੁਸੀਂ ਗਿਆ ਮੈਂ ਕਿਹਾ ਮੇਰਾ ਪ੍ਰੈਸ਼ਰ। ਹਾਂਜੀ ਮੈਂ ਥੋੜਾ ਆਰਟੀਕੂਲੇਟ ਕਰ ਰਿਹਾ ਸੀ ਕਿਉਂਕਿ ਤੁਸੀਂ ਪਹਿਲਾਂ ਆਨਸਰ ਰਾਈਟਿੰਗ ਕੀਤੀ ਹੋਈ ਹੈ, ਮੈਂ ਉਸ ਤੇ ਨੂੰ ਲੈ ਕੇ ਆਰਟੀਕੂਲੇਟ ਕਰ ਰਿਹਾ ਸੀ ਪਹਿਲਾਂ। ਇੱਕ ਤਾਂ ਚੀਜ਼ ਇਹ ਹੈ ਕਿ ਤੁਸੀਂ ਨੋ ਡਾਊਟ ਆਪਣੇ ਲੈਵਲ ਤੇ ਹੀ ਪੁੱਛ ਰਹੇ ਹੈਗੇ ਹੋ, ਤਾਂ ਤੁਹਾਡੀ ਆਨਸਰ ਰਾਈਟਿੰਗ ਜਿਹੜੀ ਸੈਕੰਡ ਪੇਪਰ ਦੀ ਮੇਰੇ ਖਿਆਲ 'ਚ ਸੈਕਸ਼ਨ A ਦੀ ਸ਼ਾਇਦ ਹੋ ਗਈ ਸੀ, ਥੋੜਾ ਜਿਹਾ ਮੈਨੂੰ ਉਹਦਾ ਜਵਾਬ ਦੇ ਦਿਓ ਯਾਰ। ਹਾਂਜੀ ਸਰ, ਸੈਕੰਡ ਪੇਪਰ ਦਾ ਪਹਿਲਾ ਸੈਕਸ਼ਨ ਕੰਪਲੀਟ ਸੀਗਾ ਤੇ ਦੂਸਰਾ ਸ਼ੁਰੂ ਕੀਤਾ ਸੀ, ਅਜੇ ਸਟਾਰਟ ਹੀ ਪਹਿਲਾ ਸੀ ਬਸ। ਸੈਕਸ਼ਨ ਕੰਪਲੀਟ ਹੈ, ਤੁਸੀਂ ਸੈਕੰਡ ਸੈਕਸ਼ਨ ਸ਼ੁਰੂ ਕਰੋ, B ਸੈਕਸ਼ਨ, ਠੀਕ ਹੈ। ਉਹਦੀ ਆਪਣੀ ਆਨਸਰ ਰਾਈਟਿੰਗ ਘੱਟੋ ਘੱਟ ਠੀਕ ਹੈ ਉਹਦੇ ਵਿੱਚੋਂ ਵੀ ਆਪਾਂ 50% ਪੋਰਸ਼ਨ ਕਰ ਲੈਣਾ ਤਾਂ ਤੁਹਾਡਾ ਕੌਨਫੀਡੈਂਸ ਬਹੁਤ ਅਪ ਹੋ ਜਾਏਗਾ, ਠੀਕ ਹੈ। ਤੁਹਾਡੀ ਆਨਸਰ ਰਾਈਟਿੰਗ ਬਹੁਤ ਵਧੀਆ ਬਣ ਗਈ ਸੀ, ਮੈਨੂੰ ਯਾਦ ਹੈ। ਤੇ ਉਸ ਤੋਂ ਬਾਅਦ ਆਪਾਂ ਇਹਦੇ ਤੇ ਲਾ ਠੀਕ ਹੈ ਕੇ ਮਹੀਨਾ ਆਪਾਂ ਤੁਹਾਡੇ ਪਹਿਲੇ ਪੇਪਰ ਤੇ ਵੀ ਲਾ ਦੇਵਾਂਗੇ, ਹਾਂਜੀ ਠੀਕ ਹੈ। ਜਿਵੇਂ ਕਿਉਂਕਿ ਮੈਂ ਹਰ ਬੱਚੇ ਨੂੰ ਕਹਿਣਾ ਹੁੰਦਾ ਕਿ ਤੁਹਾਡੀ ਆਨਸਰ ਰਾਈਟਿੰਗ ਤੁਹਾਡੇ ਮੁਤਾਬਕ ਆਪਾਂ ਚਲਾਵਾਂਗੇ, ਠੀਕ ਹੈ ਠੀਕ ਹੈ। ਇਹਦਾ ਕੋਈ ਸੈੱਟ ਫਾਰਮੂਲਾ ਨਹੀਂ ਹੈ, ਠੀਕ ਹੈ। ਤੁਹਾਡਾ ਆਨਸਰ ਰਾਈਟਿੰਗ ਉਹਦੇ ਵਿੱਚ ਕਾਫੀ ਵਧੀਆ ਬਣਨ ਲੱਗ ਗਈ, ਠੀਕ ਤਾਂ ਹੈ ਜੀ ਕਰਕੇ ਮੈਂ ਕਹਿ ਰਿਹਾ ਵੀ ਆਪਾਂ ਫਸਟ ਪੇਪਰ ਤੇ ਵੀ ਥੋੜਾ ਜਿਹਾ ਕੰਮ ਕਰ ਲਾਂਗੇ ਤਾਂ ਕਿ ਤੁਹਾਡਾ ਕੌਨਫੀਡੈਂਸ ਇੱਕ ਲੈਵਲ ਹੋਰ ਬਣ ਜਾਵੇ ਕਿ ਦੋਨੋਂ ਪੇਪਰ ਦੀ ਆਨਸਰ ਰਾਈਟਿੰਗ ਹੋ ਚੁੱਕੀ ਹੈ, ਕਿਉਂਕਿ ਦੋਨੋਂ ਪੇਪਰ ਦੀ ਆਨਸਰ ਰਾਈਟਿੰਗ ਦੇ ਵਿੱਚ ਬਹੁਤ ਫਰਕ ਹੈਗਾ। ਔਰ ਸੈਕੰਡ ਪੇਪਰ ਦੀ ਆਨਸਰ ਰਾਈਟਿੰਗ ਕਰਨੀ ਤਾਂ ਮਸਟ ਹਾਂਜੀ ਆਪਾਂ ਸ਼ੁਰੂ ਵੀ ਸੈਕੰਡ ਪੇਪਰ ਤੋਂ ਕਰਦੇ ਹਾਂ, ਠੀਕ ਹੈ। ਠੀਕ ਹੈ ਜੀ। ਹਾਂਜੀ ਹਾਂਜੀ ਜੀ ਹਾਂਜੀ, ਕੋਈ ਹੋਰ ਕੁਐਸਚਨ? ਸਰ ਹੁਣ ਸਰ ਪੁੱਛ ਲਓ ਸਰ। ਜੀ ਹੈਲੋ ਜੀ 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 ਪੁੱਛੋ ਪੁੱਛੋ। ਸਰ, ਜਿਵੇਂ PCS ਵਿੱਚ ਸਰ ਹੁਣ UPSC ਤੁਸੀਂ ਕਿਹਾ ਪਹਿਲਾਂ ਪ੍ਰੈਫਰੈਂਸ ਉਹਨੂੰ ਦੇਣੀ ਹੈ, ਤੇ ਸਰ ਹੁਣ ਹਾਂਜੀ ਇਹਦੀ ਤਿਆਰੀ ਨਾਲ ਸ਼ੁਰੂ ਕਰ ਦਈਏ ਕਿ ਹਾਲੇ ਵੇਟ ਮਤਲਬ ਹਾਲੇ ਮਹੀਨੇ ਬਾਅਦ ਕਰਨਾ ਸ਼ੁਰੂ ਕਰੀਏ? ਕਿਹਦੀ ਤਿਆਰੀ PCS ਦੀ ਸਰ। ਤੁਸੀਂ ਤੁਸੀਂ ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ ਹਾਂਜੀ, ਹੁਣ ਆਈ ਆਵਾਜ਼। ਆਵਾਜ਼ ਆ ਰਹੀ ਹੈ ਜੀ ਮੇਰੀ ਹੁਣ? ਹਾਂਜੀ ਹਾਂਜੀ ਹਾਂਜੀ, ਆ ਗਈ ਸਰ, ਆ ਰਹੀ ਹੈ। ਸਰ ਹੁਣ ਫੇਰ ਹੋਣੀ ਬੰਦ ਹੋ ਗਈ। ਹੈਲੋ ਹਾਂਜੀ ਹੁਣ ਆ ਰਹੀ ਹਾਂਜੀ ਆ। ਸਰ, ਹੁਣ ਆਈ ਹੈ। ਫੇਰ ਬੰਦ ਹੋ ਗਈ ਸਰ। सर आवाज नहीं आ रही सर।
ਨਹੀਂ ਸਰ ਹਜੇ ਵੀ ਨਹੀਂ ਆ ਰਹੀ। ਨਹੀਂ ਜੀ, ਨਹੀਂ ਜੀ। ਹੈਲੋ, ਹਾਂਜੀ ਹੁਣ ਆਈ ਹੈ ਜੀ। ਹਾਂਜੀ 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 तो फिर चल गई आवाज सर, आवाज चल गई। नहीं सर, नहीं जी। नहीं 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 सर। ਹੈਲੋ, ਹਾਂਜੀ ਸਰ ਹੁਣ ਆਈ ਹੈ। ਆ ਗਈ? ਠੀਕ ਹੈ। ਹਾਂਜੀ ਅੱਛਾ, ਕਨਿਸ਼ ਸੈਣੀ, ਮੈਂ ਕੁਐਸਚਨ ਕਰ ਰਿਹਾ ਸੀ ਤੁਹਾਨੂੰ, ਹਾਂਜੀ। ਤੁਸੀਂ UPSC ਦੇਣਾ ਹੈ ਇਸ ਵਾਰੀ? सर मैं नहीं पूछा सी क्वेश्चन, किसी और ने पूछा जी वैसे। ਕਿਸੇ ਹੋਰ ਨੇ ਪੁੱਛਿਆ ਸੀ? ਹਾਂਜੀ, ਕਿੰਨਾ ਨੇ ਪੁੱਛਿਆ ਸੀ ਸਰ please? ਮੈਂ ਪੁੱਛਿਆ ਸੀ ਅੱਛਾ, ਪ੍ਰਭਮਨ ਸਰ। ਓਕੇ ਹਾਂਜੀ ਓਕੇ। ਤੁਸੀਂ UPSC ਦੇਣਾ ਹੈ ਪ੍ਰਭਮਨ? ਹਾਂਜੀ ਸਰ ਦੇਣਾ ਸਰ। ਓਕੇ, ਫਿਰ ਤਾਂ ਆਪਾਂ ਡਿਸਕਸ ਕਰ ਹੀ ਚੁੱਕੇ ਹਾਂ ਕਿ ਤੁਸੀਂ ਫੋਕਸ UPSC ਤੇ ਕਰੋ। ਨਹੀਂ ਸਰ ਮੇਰਾ ਇਹ ਕੁਐਸਚਨ ਨਹੀਂ ਹੈ, ਮੈਂ ਇਹ ਕਹਿ ਰਿਹਾ ਕਿ ਜਿਹੜਾ ਪੰਜਾਬ ਰਿਲੇਟਡ PCS ਦਾ ਟੌਪਿਕ ਹੈ ਉਹ ਕਦੋਂ ਸ਼ੁਰੂ ਕਰੀਏ? ਹੁਣ ਮਹੀਨਾ ਵੇਟ ਕਰ ਲਈਏ ਕਿ ਠੀਕ ਹੈ, ਹਾਂ, ਸ਼ੁਰੂ ਕਰ ਉਹਨੂੰ ਦਈਏ? ਅਜੇ ਨਾ ਕਰੋ, ਉਹਨੂੰ ਅਜੇ ਨਾ ਕਰੋ, ਠੀਕ ਹੈ। ਜਦੋਂ ਡੇਟ ਅਨਾਉਂਸ ਹੋਏਗੀ ਨਾ ਇਹਦੀ PCS ਦੀ, ਉਦੋਂ ਕਰ ਲਿਓ ਇਹ 45 ਦਿਨ। ਠੀਕ ਹੈ ਸਰ। ਠੀਕ ਹੈ, ਉਦੋਂ ਆਪਾਂ CSAT ਤੇ ਵੀ ਲਾਉਣਾ ਤੇ ਇਦਾਂ ਦੀਆਂ ਚੀਜ਼ਾਂ ਤੇ ਲਾਉਣਾ। ਠੀਕ ਹੈ। ਇੱਕ ਚੀਜ਼ ਮੈਂ ਹੋਰ ਸ਼ੇਅਰ ਕਰਨੀ ਚਾਹਣਾ, ਥੋੜਾ ਜਿਹਾ ਮੈਂ ਕੁਝ ਬੁੱਕਸ ਰੱਖੀਆਂ ਹੋਈਆਂ ਸੀ ਕਿ ਕੁਝ ਬੱਚੇ ਦਿਨੇ ਵੀ ਪੁੱਛ ਰਹੇ ਸੀ। 2 ਬੁੱਕਸ ਨੇ ਪੰਜਾਬੀ ਵਾਸਤੇ, ਜਿਹੜਾ ਪੰਜਾਬੀ ਵਾਲਾ ਪੋਰਸ਼ਨ ਹੁੰਦਾ ਨਾ ਗ੍ਰਾਮਰ ਵਾਲਾ, ਪ੍ਰੀ ਦੇ ਵਿੱਚ ਵੀ ਮੈਂ ਦਿਖਾਉਣਾ ਚਾਹਾਂਗਾ। ਇੱਕ ਨਾ ਇਹ ਵਾਲੀ ਬੁੱਕ ਹੈਗੀ ਆ, ਨਜ਼ਰ ਆ ਰਹੀ ਹੈ ਜੀ? ਹਾਂਜੀ ਸਰ ਆ ਰਹੀ ਹੈ। ਡਾਕਟਰ ਹਰਕੀਰਤ ਗਿੱਲ, ਡਾਕਟਰ ਹਰਕੀਰਤ ਸਿੰਘ, ਗਿਆਨੀ ਲਾਲ ਸਿੰਘ। ਹਾਂਜੀ ਸਰ। सर ये ਤੁਸੀਂ ਗਰੁੱਪ ਤੇ ਫੋਟੋ ਪਾ ਦੋਗੇ? ਪੰਜਾਬੀ ਵਿਆਕਰਨ, ਇਹ ਦੇਖੋ, ਇਹ ਨੀਚੇ ਵੀ ਨਾ ਪਬਲਿਕੇਸ਼ਨ ਬੋਡੀ ਹੈ ਜਿਹੜੀ, ਉਹ ਵੀ ਮੈਂਸ਼ਨ ਆ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ। ਨਜ਼ਰ ਆ ਰਹੀ ਹੈ ਸਭ ਨੂੰ? ਗਰੁੱਪ ਤੇ ਪਲੀਜ਼ ਫੋਟੋ ਪਾਓ ਸਰ ਕਿਤਾਬ ਦੀ। ਉਹ ਬਾਅਦ ਚ ਪਾ ਦਾਂਗਾ ਮੈਂ, WhatsApp ਗਰੁੱਪ ਤੇ ਪਾ ਦਿਆਂਗਾ। ਹਾਂਜੀ ਹਾਂਜੀ ਇੱਕ ਇਹ ਵਾਲੀ ਪੰਜਾਬੀ ਵਿਆਕਰਨ ਬਾਈ ਸਰ। ਹਾਂਜੀ, ਰਾਈਟਰਸ ਦਾ ਨਾਮ ਕੀ ਸੀਗੇ ਸਰ? ਡਾਕਟਰ ਹਰਕੀਰਤ ਸਿੰਘ। ਡਾਕਟਰ ਹਰਕੀਰਤ ਸਿੰਘ ਤੇ ਗਿਆਨੀ ਲਾਲ ਸਿੰਘ। ਠੀਕ ਹੈ। ਸਰ ਇਹ ਪ੍ਰੀ ਵਾਸਤੇ ਜਾਂ ਮੇਨਸ ਵਾਸਤੇ ਹੈ ਪੰਜਾਬੀ? ਇਹ ਪ੍ਰੀ ਮੇਨ ਦੋਨਾਂ ਤੋਂ ਵਾਸਤੇ ਹੀ ਹੈ। ਠੀਕ ਹੈ। ਇੱਕ ਹੈਗੀ ਹੈ ਪੰਜਾਬੀ ਵਿਆਕਰਨ ਅਤੇ ਲਿਖਤ ਰਚਨਾ, ਨੋਟ ਕਰ ਲਓ। ਪੰਜਾਬੀ ਵਿਆਕਰਨ ਅਤੇ ਲਿਖਤ ਰਚਨਾ, ਨਰਿੰਦਰ ਸਿੰਘ ਦੁੱਗਲ, ਜਸਵੀਰ ਕੌਰ। ਇਹ CBSE ਵਾਸਤੇ ਹੈ ਬੁੱਕ। ਇਹ 10ਵੀਂ ਵਾਸਤੇ ਵੀ ਆਉਂਦੀ ਹੈ, +1 +2 ਵਾਸਤੇ ਵੀ। ਤੁਸੀਂ ਇਹ ਨਾ ਜਿਹੜੀਆਂ ਵੀ ਕਲਾਸਿਸ ਵਾਸਤੇ ਇਸ ਵੇਲੇ ਆ ਰਹੀ ਆ, ਉਹ ਸਾਰੀਆਂ ਲੈ ਲਿਓ। ਤਿੰਨ ਕਲਾਸਾਂ ਵਾਸਤੇ ਹੋ ਜਾਏਗੀ ਵੱਧ ਤੋਂ ਵੱਧ। ਠੀਕ ਹੈ। ਤੇ ਜਿਹੜਾ ਹੈਗਾ ਆਪਣੇ ਕੋਲੇ ਪ੍ਰੀ ਦੇ ਵਿੱਚ CSAT ਵਾਲਾ ਪੋਰਸ਼ਨ ਆਉਂਦਾ, ਜਿਹਦੇ ਵਿੱਚ ਪੰਜਾਬੀ ਦੇ ਵਿੱਚ ਰੀਡਿੰਗ ਕੰਪਰੀਹੈਂਸ਼ਨ, ਰਮਨਦੀਪ, ਜਿਵੇਂ ਪੰਜਾਬੀ ਦੇ ਵਿੱਚ ਰੀਡਿੰਗ ਕੰਪਰੀਹੈਂਸ਼ਨ ਆਉਂਦੀ ਹੈ। ਪਿਛਲੇ ਵਾਰ ਵੀ ਜਦੋਂ ਪ੍ਰੀ ਆਇਆ ਸੀ ਤਾਂ ਬੱਚਿਆਂ ਦੀਆਂ ਬਹੁਤ ਫੋਨ ਕਾਲਸ ਆ ਰਹੀਆਂ ਸੀ ਉਦੋਂ ਕਿ ਇਹਦੇ ਤੇ ਕੁਝ ਮਟੀਰੀਅਲ ਦਿਓ, ਤਾਂ ਉਹਦੇ ਤੇ ਫਿਰ ਆਪਾਂ ਲਾਸਟ ਡੇਜ਼ ਦੇ ਵਿੱਚ ਹੀ ਬੁੱਕ ਕੰਪਾਈਲ ਕੀਤੀ ਸੀ CSAT ਤੇ। ਜਿਨ੍ਹਾਂ ਨੇ ਪਿਛਲੇ ਵਾਰੀ ਬੱਚਿਆਂ ਨੇ ਦਿੱਤਾ ਸੀ ਪੇਪਰ, ਉਹਨਾਂ ਨੂੰ ਪਤਾ ਹੋਏਗਾ, ਹੋ ਸਕਦਾ ਉਹਨਾਂ ਕੋਲ ਕਿਤਾਬ ਹੋਵੇ ਵੀ। ਇਸ ਵਾਰੀ ਆਪਾਂ ਹੁਣ ਫਿਰ ਉਹਨੂੰ ਰਿਵਾਈਜ਼ ਕਰਾਂਗੇ ਉਸ ਕਿਤਾਬ ਨੂੰ, ਤੇ ਉਹ ਵੀ ਆਪਾਂ ਇੱਥੇ ਪਬਲਿਸ਼ ਕਰਦੇ ਹਾਂ। ਠੀਕ ਹੈ। ਤਾਂ ਪ੍ਰੀ ਦੇ ਵਿੱਚ ਜਿਹੜਾ ਪੰਜਾਬੀ ਵਾਲਾ ਪੋਰਸ਼ਨ ਹੈ, ਕੁਝ ਜਿਹੜਾ ਕਿ ਕਿਤੇ ਵੀ ਨਹੀਂ ਮਿਲਦਾ, ਰੀਡਿੰਗ ਕੰਪਰੀਹੈਂਸ਼ਨ, ਕੁਝ ਹੋਰ ਚੀਜ਼ਾਂ ਸੀ ਉਸ ਵੇਲੇ, ਹੁਣ ਮੈਨੂੰ ਧਿਆਨ ਨਹੀਂ, ਤਾਂ ਉਹ ਤੁਹਾਨੂੰ ਉਸ ਬੁੱਕ ਦੇ ਵਿੱਚੋਂ ਮਿਲ ਜਾਏਗਾ। ਮੇਰੇ ਖਿਆਲ ਚ 20-25 ਦਿਨ ਦੇ ਵਿੱਚ ਸ਼ਾਇਦ ਆਪਾਂ ਉਹ ਬੁੱਕ ਵੀ ਲੈ ਆਵਾਂਗੇ। ਇਹ ਚੀਜ਼ ਹੈਗੀ ਹੈ। ਹਾਂਜੀ, ਨੈਕਸਟ ਕੁਐਸਚਨ, ਕੋਈ ਹੋਰ ਕੁਐਸਚਨ? ਹੈਲੋ ਹਾਂਜੀ 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 ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਨਾ ਕੁਐਸਚਨ ਆਇਆ ਹੈ, ਮੈਂ ਜਿਵੇਂ ਨਾ ਹੁਣ ਆਨਸਰ ਰਾਈਟਿੰਗ ਵਗੈਰਾ ਸ਼ੁਰੂ ਕਰਨੀ ਸੀ ਲਿਟਰੇਚਰ ਦੀ। ਠੀਕ ਹੈ ਜੀ।
ਤੇ ਸਰ ਉਹਦੇ ਵਾਸਤੇ ਮਤਲਬ ਮੈਨੂੰ ਦੱਸੋ ਕਿਉਂਕਿ ਮੈਂ ਮਤਲਬ ਆਲ ਟੂਗੇਦਰ ਫਸਟ ਟਾਈਮ ਹੀ ਮਤਲਬ ਆਨਸਰ ਵਗੈਰਾ ਹੋ ਰਿਹਾ ਠੀਕ ਹੈ ਕਰੂੰਗਾ ਜਿਵੇਂ ਲਿਟਰੇਚਰ ਬਾਰੇ ਮਤਲਬ। ਹਾਂਜੀ ਠੀਕ ਹੈ। ਜਿਹੜੇ ਵੀ ਸਟੂਡੈਂਟਸ ਫਸਟ ਟਾਈਮ ਕਰ ਰਹੇ ਆ ਉਹਨਾਂ ਵਾਸਤੇ ਆਪਾਂ ਇਨ ਜਨਰਲ ਆਪਾਂ ਗੱਲ ਕਰ ਲੈਨੇ 1 ਮਿੰਟ ਤੇ ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਹੈਗਾ ਕਿ ਜਿਹੜੀ ਆਨਸਰ ਰਾਈਟਿੰਗ ਆਪਾਂ ਜਿਵੇਂ ਤੁਸੀਂ ਸਭ ਨੇ ਲੈਕਚਰਸ ਲਾਏ ਹੋਏ ਆ ਸਟੱਡੀ ਮਟੀਰੀਅਲ ਵੀ ਪੜ੍ਹਿਆ ਹੋਇਆ ਪ੍ਰੋਪਰਲੀ ਤਾਂ ਸ਼ੇਖ ਫਰੀਦ ਜੀ ਵਾਲਾ ਟੌਪਿਕ ਪ੍ਰੋਪਰਲੀ ਤਿਆਰ ਕਰ ਲਓ 2-3 ਦਿਨਾਂ ਦੇ ਵਿੱਚ ਠੀਕ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਜਾਂ ਤਾਂ ਕੁਐਸਚਨ ਮੈਥੋਂ ਲੈ ਲਓ ਜਾਂ ਵੈਬਸਾਈਟ ਤੇ ਜਾਓਗੇ ਤਾਂ ਪਹਿਲੇ 2 ਕੁਐਸਚਨ ਸ਼ੇਖ ਫਰੀਦ ਜੀ ਵਾਲੇ ਟੌਪਿਕ ਠੀਕ ਹੈ ਉਹ ਕਰਕੇ ਭੇਜ ਦੇਣੇ ਆ ਬਸ। ਹੁਣ ਮੈਨੂੰ ਪਤਾ ਅੰਦਰ ਜਿਹੜਾ ਕੁਐਸਚਨ ਹੈ ਸਭ ਦੇ ਅੰਦਰ ਉਹ ਚੱਲ ਰਿਹਾ ਵੀ ਕੋਈ ਮਾਡਲ ਆਨਸਰ ਦਿਓ ਕੋਈ ਗਾਈਡਲਾਈਨਸ ਦਿਓ ਕਿਵੇਂ ਕਰਨਾ ਹੈਗਾ ਠੀਕ ਹੈ। ਤਾਂ ਮੈਂ ਉਹਦੇ ਤੇ ਦੱਸਣਾ ਚਾਹਣਾ ਕਿ ਜਦੋਂ ਤੁਸੀਂ ਆਨਸਰ ਲੈ ਕੇ ਭੇਜੋਗੇ ਨਾ ਮੈਂ ਉਹਦੇ ਆਧਾਰ ਤੇ ਦੱਸਾਂਗਾ ਕਿ ਕਿੱਥੇ ਕਿੱਥੇ ਚੇਂਜਸ ਕਰਨ ਵਾਲੇ ਠੀਕ ਹੈ। ਪਹਿਲਾਂ ਮੈਂ ਦੇਖਣਾ ਚਾਹਣਾ ਕਿ ਤੁਸੀਂ ਉਸ ਟੌਪਿਕ ਨੂੰ ਕਿੰਨੀ ਕੁ ਗਹਿਰਾਈ 'ਚ ਪਕੜਿਆ ਆਨਸਰ ਰਾਈਟਿੰਗ ਸਕਿੱਲਸ ਸਾਡੀਆਂ ਆਪਣੀਆਂ ਕਿੰਨੀਆਂ ਕਿ ਨੇ ਉਹਦੇ ਬੇਸ ਤੇ ਫਿਰ ਆਪਾਂ ਉਹਨੂੰ ਮੋਲਡ ਕਰਾਂਗੇ। ਕਲੀਅਰ ਪੁਆਇੰਟ ਕੀ ਹੈ। ਜਿਹੜੀ ਗੱਲ ਹੈਗੀ ਆ ਮਾਡਲ ਆਨਸਰ ਦੀ ਠੀਕ ਹੈ ਉਹ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਤੁਹਾਡੇ ਆਨਸਰ ਨੂੰ ਹੀ ਮਾਡਲ ਆਨਸਰ ਬਣਾਵਾਂਗੇ ਆਪਾਂ ਠੀਕ ਹੈ। ਜਦੋਂ ਤੁਹਾਡੇ ਬਿਲਕੁਲ ਹੀ ਕਿਸੇ ਆਨਸਰ 'ਚ ਹੱਥ ਖੜੇ ਹੋ ਜਾਣ ਨਾ ਫਿਰ ਉਦੋਂ ਮੈਂ ਆਨਸਰ ਦਿੰਦਾ ਹੁੰਦਾ ਬੱਚਿਆਂ ਨੂੰ ਪਟਾਰੀ ਚੋਂ ਕੱਢ ਕੇ ਵੀ ਆਹ ਲਓ ਫਿਰ ਹੁਣ ਇਹਨੂੰ ਦੇਖੋ ਠੀਕ ਹੈ। ਅਦਰਵਾਈਜ਼ ਨਹੀਂ ਤਾਂ ਕੀ ਆ ਉਹ ਡੁਪਲੀਕੇਸੀ ਹੋ ਜਾਂਦੀ ਫਿਰ ਕਾਪੀ ਕਰਨੀ ਸ਼ੁਰੂ ਕਰ ਦਿੰਦੇ ਆ ਠੀਕ ਹੈ। ਉਹ ਨਹੀਂ ਚਾਹੁੰਦੇ ਆਪਾਂ ਬਹੁਤ ਵਾਰੀ ਇਹਦੇ ਤੇ ਪਹਿਲਾਂ ਵੀ ਸ਼ਾਇਦ ਗੱਲ ਕਰ ਚੁੱਕੇ ਆ ਕਿ ਜਦੋਂ ਇਦਾਂ ਦੀ ਚੀਜ਼ ਹੁੰਦੀ ਹੈ ਤਾਂ ਉੱਥੇ ਇੱਕ ਛੋਟੀ ਜਿਹੀ ਗਿਣਤੀ ਹੁੰਦੀ ਹੈ ਲਿਟਰੇਚਰ ਵਾਲੇ ਬੱਚੇ ਮੇਨ ਦੇ ਵਿੱਚ ਤੇ ਉਹਨੂੰ ਚੈੱਕ ਕਰਨ ਵਾਲੇ ਵੀ ਵੱਧ ਤੋਂ ਵੱਧ 2 ਐਗਜ਼ਾਮੀਨਰ ਹੀ ਹੁੰਦੇ ਹੋਣੇ ਤਾਂ ਉੱਥੇ ਜਦੋਂ ਕਾਪੀ ਉਹਦੇ ਸਾਹਮਣੇ ਆਏਗੀ ਵੀ ਇਹ ਤਾਂ ਕਾਪੀ ਪੇਸਟ ਹੀ ਕੀਤਾ ਹੋਇਆ ਤਾਂ ਫਿਰ ਪ੍ਰੋਬਲਮ ਹੋ ਜਾਏਗੀ ਤੁਹਾਡੇ ਵਾਸਤੇ। ਹੁਣ ਤਾਂ ਤੁਹਾਨੂੰ ਸੌਖਾ ਲੱਗੇਗਾ ਕੰਮ ਕਿ ਸਰ ਨੇ ਬਹੁਤ ਸੌਖਾ ਕਰਤਾ ਪਰ ਜਿਹੜੀਆਂ ਉਦੋਂ ਸਰ ਨੂੰ ਦੁਆਵਾਂ ਮਿਲਣੀਆਂ ਉਹ ਨਹੀਂ ਮੈਂ ਲੈਣਾ ਚਾਹੁੰਦਾ ਬਾਅਦ ਦੀਆਂ ਜਿਹੜੀਆਂ ਰਿਜ਼ਲਟ ਤੋਂ ਬਾਅਦ ਕਿਆ ਪਤਾ ਨਹੀਂ ਕੀ ਹੋ ਗਿਆ ਉਹ ਨਹੀਂ ਚੀਜ਼ ਕਰਨੀ ਚਾਹੁੰਦਾ ਇਹ ਚੀਜ਼। ਸਰ ਮਾਡਲ ਆਨਸਰ ਨਹੀਂ ਵੀ ਜਿਵੇਂ ਨਾ ਕੋਈ ਇੱਕ ਜਿਵੇਂ ਸਟਰਕਚਰ ਬੇਸਿਕ ਜਿਵੇਂ ਕੀ ਹੋਣਾ ਚਾਹੀਦਾ ਵੀ ਜਿਵੇਂ ਬਿਲਕੁਲ ਫੋਰ ਐਗਜ਼ਾਮਪਲ ਬਿਲਕੁਲ ਮੈਂ ਉਸ ਹਾਂਜੀ ਹਾਂਜੀ ਜਿਵੇਂ ਆਪਾਂ ਕੋਈ ਵੀ ਐਗਜ਼ਾਮਪਲ ਇੱਕ ਟੌਪਿਕ ਲੈ ਲਈਏ ਸ਼ੇਖ ਫਰੀਦ ਚੋਂ ਹੀ ਹਾਂਜੀ ਤੇ ਵੀ ਜਿਵੇਂ ਮੰਨ ਲਓ ਮੌਤ ਦੇ ਉੱਪਰ ਵੀ ਸ਼ੇਖ ਫਰੀਦ ਦਾ ਆਪਾਂ ਟੌਪਿਕ ਲੈ ਲਈਏ ਜੀ ਇਹਦੇ ਉੱਪਰ ਸਪੋਜ਼ ਕੋਈ ਕੁਐਸਚਨ ਆਉਂਦਾ ਹੈ ਜਿਵੇਂ ਪ੍ਰੀਵੀਅਸ ਈਅਰ ਪੇਪਰਾਂ 'ਚ ਜਿਵੇਂ ਮੌਤ ਦੇ ਉੱਪਰ ਵੀ ਆਈ ਜੀ ਜੀ 3-4 ਵਾਰੀ ਕੁਐਸਚਨ ਸ਼ਾਇਦ ਆਇਆ ਹੋਇਆ ਜੀ ਜੀ ਸਰ ਇਹਦੇ ਅੰਦਰ ਮਤਲਬ ਲਿਟਰੇਚਰ ਦੇ ਅੰਦਰ ਇੱਕ ਬੇਸਿਕ ਸਟਰਕਚਰ ਕੀ ਹੁੰਦਾ ਹੈ ਜਿਵੇਂ ਜੀਐਸ ਦਾ ਹੁੰਦਾ ਇੰਟਰੋਡਕਸ਼ਨ ਬੋਡੀ ਤੇ ਕੰਕਲੂਜਨ ਵੀ ਉਹਦਾ ਠੀਕ ਹੈ ਦੇਖੋ ਪਰ ਲਿਟਰੇਚਰ ਦੇ ਅੰਦਰ ਕੀ ਹੁੰਦਾ ਬੇਸਿਕ ਸਟਰਕਚਰ ਦੇਖੋ ਸਟਰਕਚਰ ਇਹੀ ਰਹਿੰਦਾ ਹੁੰਦਾ ਸਟਰਕਚਰ ਇਹੀ ਰਹਿੰਦਾ ਚਾਹੇ ਤੁਸੀਂ ਕਿਸੇ ਨੂੰ ਮਿਲਣ ਜਾ ਰਹੇ ਹੋ ਉਦੋਂ ਵੀ ਅਸੀਂ ਇੰਟਰੋਡਿਊਸ ਕਰਦੇ ਆ ਫਿਰ ਗੱਲਬਾਤ ਕਰਦੇ ਆ ਫਿਰ ਕਨਕਲੂਡ ਕਰਕੇ ਉਹ ਤੋਂ ਵਿਦਾ ਚਾਹੇ ਤੁਸੀਂ ਕੱਲ ਨੂੰ ਆਈਐਸ ਬਣ ਕੇ ਕੋਈ ਰਿਪੋਰਟ ਬਣਾਓਗੇ ਸਟਰਕਚਰ ਹੋਈ ਰਹੇਗਾ ਠੀਕ ਹੈ ਕਲੀਅਰ। ਤਾਂ ਇਹ ਚੀਜ਼ ਹੈਗੀ ਹੈ। ਦੂਸਰਾ ਹੁਣ ਜਿਹਦੇ ਉਹਦੇ ਇਨਗ੍ਰੇਡੀਐਂਟਸ ਨੇ ਕਿਹੜੇ ਕਿਸੇ ਕੁਐਸਚਨ ਦੇ ਵਿੱਚ ਕੀ ਕੰਟੈਂਟ ਪਾਉਣਾ ਹੈਗਾ ਮੈਂ ਤਾਂ ਹੀ ਇਸੇ ਗੱਲ ਤੇ ਆ ਰਿਹਾ ਫਿਰ ਤੋਂ ਵਾਪਸ ਕਿ ਜਦੋਂ ਤੁਸੀਂ ਆਨਸਰ ਰਾਈਟਿੰਗ ਕਰੋਗੇ ਨਾ ਮੈਂ ਤੁਹਾਡੇ ਆਨਸਰ ਚੋਂ ਪੜਾਂਗਾ ਉਹਦੇ ਮੁਤਾਬਕ ਤੁਹਾਨੂੰ ਮੋਲਡ ਕਰਾਂਗਾ। ਇਸੇ ਕਰਕੇ ਮੈਂ ਕਿਹਾ ਕਿ ਸ਼ੇਖ ਫਰੀਦ ਤੋਂ ਸ਼ੁਰੂ ਕਰੋ ਕਿਉਂ ਕਿਉਂਕਿ ਟੌਪਿਕ ਛੋਟਾ ਹੈਗਾ ਠੀਕ ਹੈ ਤੇ ਥੋੜਾ ਗਹਿਰਾ ਵੀ ਹੈ ਟੌਪਿਕ ਕਲੀਅਰ। ਦੂਸਰੀ ਚੀਜ਼ ਕਿਉਂ ਕਹਿਣਾ ਹੁੰਦਾ ਕਿ 2 ਕੁਐਸਚਨਸ ਲਿਖਣੇ ਇਸੇ ਕਰਕੇ ਜਿਹੜੀ ਤੁਹਾਡੀ ਗਲਤੀ ਹੋਏਗੀ ਉਹਨਾਂ 2 ਕੁਐਸਚਨਸ ਤੋਂ ਅਗਲੇ ਤੀਜੇ ਕੁਐਸਚਨਸ ਨਹੀਂ ਉਹ ਗਲਤੀ ਜਾਏਗੀ ਜੋ ਨੈਕਸਟ ਟਾਈਮ ਦੇ ਅਦਰਵਾਈਜ਼ ਬੱਚੇ ਕਈ ਵਾਰੀ ਮੰਨਦੇ ਨਹੀਂ 7-7 ਕੁਐਸਚਨ ਲਿਖ ਕੇ ਭੇਜ ਦਿੰਦੇ ਸੇਮ ਗਲਤੀ ਰਿਪੀਟ ਹੋ ਰਹੀ ਹੁੰਦੀ ਔਰ ਉਹਨਾਂ ਦੇ ਮਾਈਂਡ 'ਚ ਵੀ ਉਨੀ ਪੱਕੀ ਹੋ ਰਹੀ ਹੁੰਦੀ ਟਾਈਮ ਵੀ ਵੇਸਟ ਕਰ ਰਹੇ ਹੁੰਦੇ ਆ ਇਹ ਚੀਜ਼ ਹੈਗੀ ਤਾਂ ਹੀ ਮੈਂ ਕਹਿੰਦਾ ਉਹਨਾਂ 2-2 ਕੁਐਸਚਨ ਸ਼ੁਰੂ ਕਰੋ ਜਦੋਂ ਤੁਹਾਡੀ ਪਕੜ ਬਣਨੀ ਸ਼ੁਰੂ ਹੋਗੀ ਫਿਰ ਅਸੀਂ ਆਵਾਂਗੇ 3 ਲਿਖੋ 4 ਲਿਖੋ 7-7 ਕੁਐਸਚਨ ਲਿਖੋ ਪੂਰਾ ਟੌਪਿਕ ਹੀ ਲਿਖ ਕੇ ਭੇਜੋ ਇਹ ਲੈਵਲ 'ਚ ਸਾਰੇ ਚੱਲਦੇ ਸਰ ਜਿਵੇਂ ਆਪਣੇ ਸ਼ੇਖ ਫਰੀਦ ਜੀ ਦੇ ਨੋਟਸ ਹੈ ਜਿਹੜੇ ਨੋਟਸ ਪ੍ਰੋਵਾਈਡ ਕੀਤੇ ਹੋਏ ਆ ਪ੍ਰਿੰਟਡ ਉਹਦੇ ਅੰਦਰ ਜਿਵੇਂ ਨਾ ਮੈਂ ਨੋਟ ਪੜ੍ਹੇ ਤੇ ਫੋਰ ਐਗਜ਼ਾਮਪਲ ਕੋਈ ਕੁਐਸਚਨ ਹੈ ਜਿਵੇਂ ਪੇਪਰ 'ਚ ਆਇਆ ਹੋਇਆ ਜੀ ਉਹਦੇ ਉੱਪਰ ਨਾ ਜਿਵੇਂ ਮੈਨੂੰ ਐ ਲੱਗਿਆ ਵੀ ਨੋਟਸ ਦੇ ਅੰਦਰ ਨਾ ਇੱਕ ਜਗ੍ਹਾ ਉਹਦੇ ਉੱਪਰ ਗੱਲ ਨਹੀਂ ਹੋਈ ਹੋਈ ਇੱਕ ਜਗ੍ਹਾ ਨੋਟਸ ਦੇ ਅੰਦਰ ਮਤਲਬ ਇੱਕ ਜਗ੍ਹਾ ਇੱਕ ਪਾਰਟਿਕੂਲਰ ਚੀਜ਼ ਦੇ ਉੱਪਰ ਗੱਲ ਨਹੀਂ ਹੋਈ ਹੋਈ ਬਿਲਕੁਲ ਉਹਦੇ ਉੱਪਰ ਗੱਲ ਮਤਲਬ ਪੂਰੇ ਨੋਟਸ ਦੇ ਅੰਦਰ ਜਿਵੇਂ ਪੂਰੇ ਚੈਪਟਰ ਦੇ ਅੰਦਰ ਜੀ ਜੀ ਇੱਕ ਪੁਆਇੰਟ ਇੱਥੇ ਦੇਦਾ ਫਿਰ ਇੱਕ ਪੁਆਇੰਟ ਉੱਥੇ ਦੇਦਾ ਜਿਵੇਂ ਉਹ ਟੌਪਿਕ ਸੀਗਾ ਕਿ ਕਲਾ ਕਵੀ ਕਲਾ ਜਿਹੜੀ ਹੈ ਉਹਨੂੰ ਕਵੀ ਕਲਾ ਦੇ ਉੱਪਰ ਕੁਝ ਪੁਆਇੰਟ ਛੱਡ ਕੇ ਆ ਗਏ ਹਾਂਜੀ ਕਾਵ ਕਲਾ ਤੇ ਫਿਰ ਕੁਝ ਪੁਆਇੰਟ ਜਿਹੜੇ ਆ ਉਹ ਕੁਝ ਟਾਈਮ ਬਾਅਦ ਫਿਰ ਆ ਰਹੇ ਆ ਦੇਖੋ ਉਹਦੇ ਵਿੱਚ ਕੀ ਹੈ ਜਿਹੜਾ
ਤੁਹਾਡਾ ਇੱਕੋ ਸਪੈਕਟ ਹੈ ਕਾਬ ਕਲਾ ਵਾਲਾ, ਉਹ ਤੇ ਥੋੜਾ ਜਿਹਾ ਆਪਾਂ ਬਾਅਦ ਚ ਆਉਣੇ ਆ। ਪਹਿਲਾਂ ਤੁਹਾਡੇ ਦੂਸਰੇ ਕੁਐਸਚਨ ਆਨਸਰ ਦੇ ਜਿਹੜਾ ਇਨ ਜਨਰਲ ਤੁਸੀਂ ਕੀਤਾ ਕਿ ਪੁਆਇੰਟਸ ਜਿਹੜੇ ਖਿੰਡਵੇਂ ਨੇ, ਠੀਕ ਹੈ। ਤੁਸੀਂ ਸ਼ਾਇਦ ਲੈਕਚਰਸ ਦੇ ਵਿੱਚ ਵੀ ਸੁਣਿਆ ਹੋਵੇਗਾ, ਵੀਡੀਓ ਲੈਕਚਰਸ ਦੇ ਵਿੱਚ ਵੀ, ਜਿਹੜੇ ਹੈਂਡਆਊਟਸ ਨੇ ਆਪਣੇ, ਉਹਦੇ ਚ ਕਦੇ ਵੀ ਤੁਹਾਨੂੰ ਇੱਕ ਚੀਜ਼ ਇੱਕ ਥਾਂ ਤੇ ਏਦਾਂ ਮਿਲੇਗੀ ਨਹੀਂ। ਕਿ ਸਾਡੀ ਸਟ੍ਰੈਟਜੀ ਕੀ ਹੈ ਕਿ ਤੁਸੀਂ ਆਪਣਾ ਜਿਹੜਾ ਬ੍ਰੇਨਸਟਾਰਮਿੰਗ ਕਰੋ, ਜਦੋਂ ਤੁਸੀਂ ਆਨਸਰ ਲਿਖਣਾ, ਜੇ ਤੁਹਾਨੂੰ ਇੱਕ ਥਾਂ ਤੇ ਸਾਰਾ ਕੰਟੈਂਟ ਮਿਲ ਗਿਆ, ਤੁਸੀਂ ਉੱਥੋਂ ਚੱਕ ਕੇ ਬਸ ਆਨਸਰ ਹੋ ਗਿਆ ਜੀ 10 ਮਿੰਟ ਦੇ ਵਿੱਚ। ਨਹੀਂ, ਜਦੋਂ ਤੁਸੀਂ 5 ਵਾਰੀ ਸਾਰੇ ਹੈਂਡਆਊਟਸ ਨੂੰ ਫਰੋਲੋਗੇ ਨਾ, ਤੁਹਾਡੇ ਮਾਈਂਡ 'ਚ ਸਕੈਨ ਹੋਣੇ ਸ਼ੁਰੂ ਹੋ ਜਾਣਗੇ ਉਹ, ਰਾਈਟ। ਕੱਲ ਨੂੰ ਕੋਈ ਵੀ ਕੁਐਸਚਨ UPSC ਚ ਆਉਂਦਾ, ਉਹ ਸੇਮ ਉਦਾਂ ਦਾ ਕੁਐਸਚਨ ਤਾਂ ਆਏਗਾ ਨਹੀਂ ਜਿਹੜਾ ਆਪਾਂ ਵਰਡਿੰਗ ਬਣਾਈ ਹੋਈ ਹੈ। ਆਪਾਂ ਕਦੇ ਇਦਾਂ ਦੀ ਚੀਜ਼ ਤਾਂ ਕਲੇਮ ਕਰਦੇ ਨਹੀਂ, ਪਰ ਜਿਹੜੀ ਤੁਹਾਡੀ ਉਹ ਪ੍ਰੈਕਟਿਸ ਹੈ ਨਾ, ਉਹ ਪ੍ਰੈਕਟਿਸ ਹੈ ਜਿਹੜੀ ਤੁਹਾਨੂੰ ਪਰਫੈਕਟ ਬਣਾਏਗੀ, ਠੀਕ ਹੈ। ਕਿ ਕਿੱਦਾਂ ਦੇ ਕੁਐਸਚਨ ਨੂੰ ਕਿਵੇਂ ਟੈਕਲ ਕਰਨਾ ਹੈਗਾ, ਕਿੱਥੋਂ ਕਿੱਥੋਂ ਆਪਣੇ ਬ੍ਰੇਨ ਦੇ ਮਾਈਂਡ ਦੇ ਵਿੱਚੋਂ ਜਿਹੜੇ ਟੌਪਿਕ ਪੁਆਇੰਟਸ ਪਏ ਹੋਏ ਆ, ਕਿਵੇਂ ਕਿਵੇਂ ਉਹਨਾਂ ਨੂੰ ਆਰਟੀਕੂਲੇਟ ਕਰਕੇ ਕੰਪਾਈਲ ਕਰਨਾ, ਰਾਈਟ। ਤਾਂ ਉਹ ਚੀਜ਼ ਹੈਗੀ ਆ। ਮੈਂ ਉਸ ਪ੍ਰੈਕਟਿਸ ਚੋਂ ਹਰ ਬੱਚੇ ਨੂੰ ਲੰਘਾਉਣਾ ਚਾਹਣਾ ਹੁੰਨਾ, ਤਾਂ ਕਿ ਉਹਦੇ ਅੰਦਰ ਉਹ ਜਿਹੜੀ ਹੈਗੀ ਹੈ ਨਾ ਕੁਆਲਿਟੀ ਡਿਵੈਲਪ ਹੋਵੇ। ਉਹ ਕੁਆਲਿਟੀ ਤੁਹਾਨੂੰ ਫਿਰ GS 'ਚ ਵੀ ਕੰਮ ਕਰੇਗੀ, essay 'ਚ ਵੀ ਕੰਮ ਕਰੇਗੀ, ਇੰਟਰਵਿਊ 'ਚ ਵੀ ਕੰਮ ਕਰੇਗੀ, ਰਾਈਟ। ਸੇਮ ਚੀਜ਼ ਮਤਲਬ ਜੋ ਆਪਾਂ NCERT ਪੜ੍ਹਨ ਵੇਲੇ ਕਰਦੇ ਹੁੰਦੇ ਹਾਂ ਕਿ ਉਹਦੇ ਵੀ ਆਈ ਪੁਆਇੰਟ ਟੂ ਪੁਆਇੰਟ ਹੀ ਨਾ। ਬਿਲਕੁਲ ਹੈ, ਬਿਲਕੁਲ ਹੈ। ਤੇ ਸਰ ਇਹਦੇ ਅੰਦਰ ਨਾ ਜਿਵੇਂ ਮੈਂ ਇੱਕ ਸਟ੍ਰੈਟਜੀ ਅਪਣਾਈ, ਕਿਉਂਕਿ ਪਹਿਲਾਂ ਜਿਵੇਂ ਕੋਈ ਵੀ ਪੁਆਇੰਟ ਇੱਕ ਜਗ੍ਹਾ ਮਤਲਬ ਕੰਪਾਈਲਡ ਨਹੀਂ ਮਿਲੇ, ਤਾਂ ਫਿਰ ਮੈਨੂੰ ਐਂ ਲੱਗਿਆ ਵੀ ਮੈਂ ਨਾ ਪ੍ਰੀਵੀਅਸ ਈਅਰ ਪੇਪਰ ਦੇਖੇ 10 ਸਾਲ ਦੇ ਜੋ ਵੀ ਅਵੇਲੇਬਲ ਸੀਗੇ ਵੈਬਸਾਈਟ ਤੇ। ਪ੍ਰੀਵੀਅਸ ਈਅਰ ਦੇ ਪੇਪਰ ਕੀ ਆ? ਪ੍ਰੀਵੀਅਸ ਈਅਰ ਦੇ ਪੇਪਰ ਦੇਖੇ, ਓਕੇ, 10-11 ਸਾਲਾਂ ਦੇ, ਠੀਕ ਹੈ ਜੀ। ਉਸ ਚੋਂ ਮੈਂ ਮਤਲਬ ਸ਼ੇਕ ਫ੍ਰੀ ਟੌਪਿਕ ਦੇ ਉੱਪਰ ਜਿਹੜੇ ਕੁਐਸਚਨ ਆਏ ਹੋਏ ਸੀਗੇ ਉਹ ਸਾਰੇ ਲਿਖ ਲਏ ਕਰ ਲਿਆ ਜੀ ਜੀ। ਉਸ ਤੋਂ ਬਾਅਦ ਮੈਂ ਆਇਡੈਂਟੀਫਾਈ ਕੀਤਾ ਕਿ ਇਹਦੇ ਅੰਦਰ ਤਾਂ 10 ਕੁਐਸਚਨ ਹੀ ਆ ਸਾਰੇ ਕੁੱਲ ਮਿਲਾ ਕੇ। ਕਿੰਨੇ ਕੁ ਕੁਐਸਚਨ ਹੈ? ਉਹੀ ਬਾਰ-ਬਾਰ ਰਿਪੀਟ ਹੋ ਰਿਹਾ ਵੀ 10 ਕੁਐਸਚਨ ਹੀ ਆ ਮਤਲਬ ਸ਼ੇਕ ਫ੍ਰੀ ਦੇ ਅੰਦਰ 10-11, ਠੀਕ ਹੈ। ਤੇ ਵੀ ਉਹਨਾਂ ਦੇ ਅੰਦਰ ਮੈਂ ਫਿਰ ਨਾ ਆਪਣੇ ਨੋਟਸ ਚੋਂ ਜਿਵੇਂ ਪੁਆਇੰਟਸ ਕੱਢਣੇ ਸ਼ੁਰੂ ਕੀਤੇ ਵੀ ਜਿਵੇਂ ਮਤਲਬ ਮੈਂ ਕੁਐਸਚਨ ਨਹੀਂ ਲਿਖਿਆ, ਉਹਦੇ ਕੁਐਸਚਨ ਦੇ ਅੰਦਰ ਉਹਨੇ ਮੇਨ ਚੀਜ਼ ਟਾਰਗੇਟ ਕੀ ਕੀਤੀ ਹੋਈ ਹੈ ਨਾ, ਉਹਦੇ ਉੱਪਰ ਜਿਵੇਂ ਪੁਆਇੰਟਸ ਕੱਢਣੇ ਸ਼ੁਰੂ ਕੀਤੇ ਵੀ ਜਿਵੇਂ ਮੰਨ ਲਓ ਮੰਨ ਲਓ ਵੀ ਜਿਵੇਂ ਟੈਸਟ ਦੇ ਉੱਪਰ ਹੀ ਹੈ, ਜਾਂ ਫਿਰ ਮਤਲਬ ਉਹ ਮਨੁੱਖ ਨੂੰ ਮਤਲਬ ਉਹ ਬੰਦੇ ਨੂੰ ਵੀ ਕੀ ਕਰਨਾ ਚਾਹੀਦਾ ਹੋਰ ਹੈ, ਵੀ ਆਹੀ ਕੁਛ ਹੈ ਮੰਨ ਲਓ, ਠੀਕ ਹੈ। ਇਹਦੇ ਉੱਪਰ ਮੈਂ ਜਿਵੇਂ ਆਪਣੇ ਨੋਟਸ ਦੇ ਅੰਦਰ ਜੋ ਕੁਛ ਵੀ ਕਿਤੇ ਵੀ ਲਿਖਿਆ ਹੋਇਆ ਸੀ ਮੈਂ ਉਹਨੂੰ ਫਿਰ ਪੁਆਇੰਟ ਫਾਰਮ ਤੇ ਲਿਖਿਆ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਲੱਬ ਕਰਕੇ ਜਿੰਨੀ ਛੋਟੀ ਤੋਂ ਛੋਟੀ ਲਾਈਨ ਹੋ ਸਕਦੀ ਸੀ ਮਤਲਬ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ, ਮਤਲਬ ਤੁਸੀਂ ਸਿਨੋਪਸਿਸ ਬਣਾ ਲਏ ਆਪਣੇ ਉਹਦੇ ਨੂੰ ਲੈ ਕੇ। ਹਾਂਜੀ, ਜਿਹੜੇ ਪੇਪਰਾਂ ਚ ਕੁਐਸਚਨ ਪੇਪਰ ਚ ਕਵਰ ਹੋਏ ਸੀ। ਰਾਈਟ, ਗੁੱਡ, ਠੀਕ ਹੈ। ਐਕਸਰਸਾਈਜ਼ ਅੱਛੀ ਹੈਗੀ ਹੈ। ਜਿਹੜਾ ਤੁਸੀਂ ਕਿਹਾ ਨਾ ਕਿ 10 ਦੀ ਟੌਪਿਕਸ ਨੇ, ਆਪਾਂ ਇਹਦੇ ਨਾਲ ਸਹਿਮਤ ਹੋ ਜਾਣਾ ਕਿ 10 ਟੌਪਿਕਸ ਹੈਗੇ ਨੇ ਸ਼ੇਕ ਫ੍ਰੀ ਜੀ, ਠੀਕ ਹੈ। ਤੇ ਜਿੱਥੋਂ ਤੱਕ ਗੱਲ ਆਉਂਦੀ ਕੁਐਸਚਨਸ ਦੀ, ਜਿਹੜੇ UPSC ਚ ਆਉਂਦੇ ਆ, ਪਿਛਲੀ ਵਾਰੀ ਵੀ ਤੁਸੀਂ ਸ਼ਾਇਦ ਅਟੈਂਡ ਕੀਤਾ ਹੋਵੇ ਜ਼ੂਮ ਸੈਸ਼ਨ, ਤਾਂ ਪੁਨੀਤ ਸ਼ਰਮਾ ਨੇ ਵੀ ਇਹ ਗੱਲ ਕਹੀ ਸੀ, ਆਪਾਂ ਪਹਿਲਾਂ ਵੀ ਇਹ ਗੱਲ ਕਹਿੰਦੇ ਆ ਕਿ ਇੱਕ ਵਰਡ ਜੇ ਚੇਂਜ ਹੋ ਗਿਆ ਨਾ ਤੁਹਾਡੇ ਕੁਐਸਚਨ ਦੇ ਵਿੱਚ, ਤਾਂ ਪੂਰੇ ਐਕਸਿਸ ਚੇਂਜ ਹੋ ਜਾਂਦਾ ਤੁਹਾਡੇ ਆਨਸਰ। ਹਾਂਜੀ, ਠੀਕ ਹੈ। ਪੁਆਇੰਟਸ ਤੁਹਾਨੂੰ ਕਲੀਅਰ ਹੋਣੇ ਚਾਹੀਦੇ ਆ, ਪਰ ਜਿਹੜੀ ਕੁਐਸਚਨ ਲਿਖਣਾ ਉਹ ਪ੍ਰੈਕਟਿਸ ਦੇ ਨਾਲ ਹੀ ਹੈਗਾ ਕਿ ਜਿਹੜਾ ਕੁਐਸਚਨ ਆ ਉਹਨੂੰ ਸਮਝਣਾ ਕਿਵੇਂ, ਠੀਕ ਹੈ। ਜਿਹੜੇ ਤੁਸੀਂ ਇੱਕ ਸਿਨੋਪਸਿਸ ਬਣਾ ਲਏ, ਨੋ ਡਾਊਟ ਤੁਹਾਨੂੰ ਮਦਦ ਕਰਨਗੇ। ਜਿੱਥੋਂ ਤੱਕ ਤੁਸੀਂ ਕਾਵ ਕਲਾ ਦੀ ਗੱਲ ਕਰ ਰਹੇ ਹੋ, ਕਾਵ ਕਲਾ ਨਾ ਵਧੀਆ ਤਰੀਕੇ ਨਾਲ ਬੁੱਲੇ ਸ਼ਾਹ ਵਾਲੇ ਟੌਪਿਕ ਦੇ ਵਿੱਚ ਹੈਂਡਆਊਟਸ ਦੇ ਵਿੱਚ ਉਹਨੂੰ ਉੱਥੇ ਆਪਾਂ ਲੈ ਕੇ ਚੱਲੇ ਆ, ਤੁਸੀਂ ਉਹਨਾਂ ਦੇ ਗੋ ਥਰੂ ਇੱਕ ਵਾਰੀ ਹੋਰ। ਬਾਕੀ ਟੌਪਿਕਸ ਨੇ ਜਿਹੜੇ ਉੱਥੇ ਕਾਵ ਕਲਾ ਦਾ ਸਰ ਮੈਂ ਇੱਕ ਐਗਜ਼ਾਮਪਲ ਸੀਗਾ ਮਤਲਬ ਮੇਰੇ ਦਿਮਾਗ ਚ ਆਇਆ ਤਾਂ ਮੈਂ ਇੱਕ ਐਗਜ਼ਾਮਪਲ ਠੀਕ ਹੈ। ਮੈਂ ਕਿਉਂ ਇਹਨੂੰ ਵੱਖਰਾ ਐਕਸਪਲੇਨ ਕਰਾਂਗਾ ਕਿਉਂਕਿ ਕਾਵ ਕਲਾ ਇੱਕ ਟੌਪਿਕ ਹੈ, ਹਰੇਕ ਟੌਪਿਕ ਦੇ ਨਾਲ ਜੁੜਿਆ ਹੋਇਆ ਇਸ ਤਰ੍ਹਾਂ। ਹਾਂਜੀ ਪਲੀਜ਼, ਹਰਵਿੰਦਰ ਕੌਰ। ਹਰਵਿੰਦਰ ਜੀ, ਤੁਸੀਂ ਹੈਂਡ ਰੇਜ਼ ਕੀਤਾ, ਕੁਝ ਪੁੱਛਣਾ ਚਾਹੁੰਦੇ ਹੋ? ਹਾਂਜੀ ਸਰ, ਹਾਂਜੀ। ਹਰਵਿੰਦਰ, ਮੈਂ ਪਹਿਲਾਂ ਤਾਂ ਗੁੱਡ ਈਵਨਿੰਗ, ਮੈਂ ਪਛਾਣ ਨਹੀਂ ਪਾ ਰਿਹਾ ਤੁਹਾਨੂੰ, ਤੁਸੀਂ ਕਲਾਸ ਕੋਰਸ? ਹਰਵਿੰਦਰ ਫਰੋਮ ਹਰਿਆਣਾ ਸਰ। ਹਾਂਜੀ, ਅੱਛਾ, ਓਕੇ ਓਕੇ ਓਕੇ, ਠੀਕ ਹੈ। ਹਾਂਜੀ, ਫਰੋਮ ਕੈਥਲ ਡਿਸਟ੍ਰਿਕਟ। ਜੀ 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 ਹਰਵਿੰਦਰ, ਦੱਸੋ, ਪੁੱਛੋ ਪੁੱਛੋ। जी सर, मैं जॉब कर रही हूँ। हाँ जी, हाँ जी। तो मैं अपनी क्लास बारे पूछना चाहती हाँ भी किवें स्टार्ट करिए आप दे नाल। हरविंदर, फोन ते भी अपनी गल हुई है, मैडम ने भी मेरे ख्याल से एक्सप्लेन किया। हाँ जी, हाँ जी, हाँ जी। देखो फिलहाल जी है ना ऑफलाइन क्लास कदों रिज्यूम होणगियां, ठीक है। तो सारे बच्चे जो ऑनलाइन है जो रिकॉर्डेड कोर्स है वो लै रहे हैं, क्योंकि ਜਿਹੜਾ ਹੈਗਾ ਲਾਈਵ ਕਲਾਸਿਸ ਉਹਦੇ ਵਿੱਚ ਵੀ ਥੋੜੇ ਟੈਕਨੀਕਲ ਇਸ਼ੂਜ਼ ਅਜੇ ਆ ਰਹੇ ਹੈਗੇ ਆ, ਉਹ ਸਾਰੇ ਇੰਸਟੀਟਿਊਸ਼ਨ, ਤਾਂ ਉਹਦੇ ਚ ਅਸੀਂ ਸਾਰੇ ਬੱਚਿਆਂ ਨੂੰ ਰਿਕਮੈਂਡ ਕਰ ਰਹੇ ਹੈਗੇ ਆ ਕਿ ਤੁਸੀਂ ਆਨਲਾਈਨ ਰਿਕਾਰਡਡ ਲੈਕਚਰਸ ਨੇ ਲਾਸਟ ਈਅਰ ਦੇ, ਉਹ ਲੈ ਲਓ। ਜਦੋਂ ਆਫਲਾਈਨ ਕਲਾਸਿਸ ਰਿਜ਼ਿਊਮ ਹੋਣਗੀਆਂ ਤੁਸੀਂ ਆਫਲਾਈਨ ਵੀ ਲਾ ਸਕਦੇ ਹੋ, ਹੈ
ਹਨਾ। ਤੇ ਉਹਦੇ ਵਿੱਚ ਠੀਕ ਹੈ actually ਆਪਾਂ ਕੋਵਿਡ ਕਰਕੇ, ਕਿਉਂਕਿ ਆਪਾਂ ਸਾਰੇ ਇੱਕ ਫਾਈਨੈਂਸ਼ੀਅਲ ਸਟ੍ਰੈਸ ਤੋਂ ਲੰਘ ਰਹੇ ਹਾਂ, ਤਾਂ ਉਹ ਆਨਲਾਈਨ ਸਾਡੀ ਟੀਮ ਦੇ ਨਾਲ ਗੱਲ ਕਰਕੇ ਆਪਾਂ ਉਹਦੇ ਵਿੱਚ ਵੀ ਸਾਰੇ ਬੱਚਿਆਂ ਨੂੰ ਜਿਹੜਾ ਹੈਗਾ 10,000 ਦੀ ਅੱਜ ਸ਼ਾਮ ਤੱਕ ਕਨਸੈਸ਼ਨ ਸੀਗੀ ਆਪਣੇ, ਕਿ ਤਾਂ ਕਿ ਬੱਚਿਆਂ ਦੀ ਹੈਲਪ ਜਿੰਨੀ ਕੁ ਅਸੀਂ ਕਰ ਸਕਦੇ ਹਾਂ ਉਹ ਕਰ ਸਕੀਏ ਫਾਈਨੈਂਸ਼ੀਅਲ। ਤਾਂ ਉਹਨੂੰ ਜੁਆਇਨ ਕਰ ਸਕਦੇ ਹੋ। ਸਟੱਡੀ ਮਟੀਰੀਅਲ ਬਾਰੇ ਦੱਸੋ ਸਰ, ਸਟੱਡੀ ਮਟੀਰੀਅਲ ਮੈਨੂੰ ਕਿਵੇਂ ਮਿਲੇਗਾ? ਤੁਹਾਡੇ ਕੋਲੇ ਕੋਰੀਅਰ ਦੇ ਰਾਹੀਂ ਸਟੱਡੀ ਮਟੀਰੀਅਲ ਪਹੁੰਚੇਗਾ। ਹਾਂਜੀ ਸਰ। ਕੋਰੀਅਰ ਦੇ ਰਾਹੀਂ ਤੁਹਾਡੇ ਕੋਲੇ 4 ਬੁਕਲੈਟਸ ਪਹੁੰਚਣੀਆਂ ਸਾਡੀਆਂ, ਸਪਾਇਰਲ ਬਾਈਂਡਿੰਗ ਪ੍ਰੋਪਰ ਹੋਈਆਂ ਵੀਆਂ। ਵਿਦਿਨ 5 ਡੇਜ਼ ਉਹ ਜਨਰਲੀ ਮਟੀਰੀਅਲ ਪਹੁੰਚ ਜਾਂਦਾ ਸਾਡਾ, ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਅਕਾਊਂਟ ਬਣੇਗਾ, ਉਹਦੇ ਤੇ ਤੁਹਾਡੇ ਕੋਲੇ ਜਿਹੜੇ ਹੈਗੇ ਵੀਡੀਓ ਲੈਕਚਰਸ ਰਹਿਣਗੇ। ਬਾਕੀ ਇਹਦੇ ਤੇ ਡਿਟੇਲ ਮੈਂ ਫਿਰ ਕਹੂੰਗਾ, ਜੇ ਤੁਹਾਨੂੰ ਫਿਰ ਵੀ ਕੋਈ ਡਾਊਟ ਹੈਗਾ, ਕਿਉਂਕਿ ਕਈ ਵਾਰੀ ਇਹਦੇ ਤੇ ਗੱਲ ਕਰ ਚੁੱਕੇ ਹਾਂ ਆਪਾਂ, ਫਿਰ ਵੀ ਡਾਊਟ ਕਾਲ ਕਰ ਲਿਓ ਮੈਡਮ ਨੂੰ ਜਾਂ ਮੈਨੂੰ, ਹਨਾ, ਕਿਉਂਕਿ ਇੱਥੇ ਸਾਰੇ ਮੋਸਟਲੀ ਪੁਰਾਣੇ ਸਟੂਡੈਂਟਸ ਜੁੜੇ ਹੋਏ ਨੇ। ਆਪਾਂ ਉਹਨਾਂ ਦੇ ਡਾਊਟਸ ਉਹ ਲੈ ਲਈਏ, ਉਦਾਂ ਦੇ ਡਾਊਟਸ ਜਿਹੜੇ ਸਟੱਡੀ ਦੇ ਨਾਲ ਰਿਲੇਟਡ, ਜਿਹੜੇ ਐਡਮਿਸ਼ਨ ਨਾਲ ਰਿਲੇਟਡ ਨੇ, ਪਲੀਜ਼ ਤੁਹਾਨੂੰ ਮੈਡਮ ਠੀਕ ਹੈ ਜੀ। ਠੀਕ ਹੈ ਸਰ, ਥੈਂਕ ਯੂ ਜੀ। ਹਾਂਜੀ ਹਰਮਨ ਸੰਧੂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੁਹਾਡੇ ਮੌਸਮ ਕਿਵੇਂ? ਇੱਥੇ ਤੇ ਬਹੁਤ ਬਾਰਿਸ਼ ਹੋਣ ਲੱਗੀ, ਜਦੋਂ ਜ਼ੂਮ ਤੇ ਆਉਣੇ ਉਹਦੀ ਬਾਰਿਸ਼ ਹੋ ਜਾਂਦੀ ਹੈ ਉਸੇ ਦਿਨ ਹੀ ਇੱਥੇ। ਪਹਿਲਾਂ ਚੰਡੀਗੜ੍ਹ ਜਦੋਂ ਕਲਾਸ ਲਾਉਂਦੇ ਸੀ ਸੰਡੇ ਨੂੰ, ਉਦੋਂ ਵੀ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਸੀ। ਹਾਂਜੀ, ਤੁਸੀਂ ਪੁਰਾਣੇ ਸਟੂਡੈਂਟਸ ਨੂੰ ਮਿਲਦੇ ਹੋ ਨਾ, ਤਾਂ ਏਦਾਂ ਹੁੰਦਾ ਹੈ। ਸਹੀ ਹੈ। ਸਾਡੇ ਤਾਂ ਬਹੁਤ ਵਧੀਆ, ਹੁਣ ਬਾਰਿਸ਼ ਨਹੀਂ ਹੈ, ਉਦਾਂ ਵਧੀਆ ਬਹੁਤ। ਅੱਛਾ, ਇੱਥੇ ਤਾਂ ਬਾਰਿਸ਼ ਹੋਣ ਲੱਗੀ। ਹਾਂਜੀ, ਕੁਐਸਚਨ ਕਰੋ ਸਰ। ਜਿਹੜੇ ਤੁਸੀਂ ਬੁੱਕਸ ਦੱਸੀਆਂ ਵਿਆਕਰਣ ਵਾਲੀਆਂ, ਇਹ ਪੀਸੀਐਸ ਲਈ ਹੈ, ਯੂਪੀਐਸਸੀ ਲਈ ਤਾਂ ਨਹੀਂ? ਪੀਸੀਐਸ ਲਈ, ਸਿਰਫ ਪੀਸੀਐਸ ਲਈ। ਠੀਕ ਹੈ, ਮੈਨੂੰ ਲੱਗਿਆ ਯੂਪੀਐਸਸੀ ਦੇ ਸ਼ਾਇਦ ਸੈਕਸ਼ਨ ਏ ਦੇ ਵਿੱਚ ਕੁਝ ਕੰਮ ਆਇਆ। ਨਹੀਂ। ਯੂਪੀਐਸਸੀ ਵਾਸਤੇ ਵੀ ਜੇ ਕੋਈ ਜਿਹੜਾ ਮੇਨ ਦੇ ਵਿੱਚ ਲੈਂਗੁਏਜ ਦਾ ਪੇਪਰ ਹੁੰਦਾ ਹੈ, ਹਾਂਜੀ ਸਰ, ਉਹ ਇੱਕ ਐਸਾ ਪੇਪਰ ਹੈ, ਮਤਲਬ ਜਦੋਂ ਅਸੀਂ ਪੇਪਰ ਦਿੰਦੇ ਹੁੰਦੇ ਸੀ, ਬਾਕੀ ਪੇਪਰ ਦੇ ਕੇ ਥੱਕੇ ਜੇ ਹੁੰਦੇ ਸੀ, ਕਿਉਂਕਿ ਮੇਰੇ ਖਿਆਲ ਚ ਐਂਡ ਚ ਹੁੰਦਾ ਸੀ ਸ਼ਾਇਦ ਇਹ ਪੇਪਰ, ਮੈਨੂੰ ਜਿੰਨਾ ਕਿ ਯਾਦ ਆ ਰਿਹਾ, ਤਾਂ ਇੰਨੇ ਕੁ ਥੱਕੇ ਹੁੰਦੇ ਸੀ 6-6 ਘੰਟੇ ਐਗਜ਼ਾਮੀਨੇਸ਼ਨ ਹਾਲ ਚ ਲਿਖ ਕੇ। ਜਿਹੜਾ ਕੋਈ ਸਾਡੇ ਨਾਲ ਦੋਸਤ ਹੁੰਦਾ ਸੀ ਨਾ, ਜਿਹਨੇ ਸਕਿਪ ਕੀਤਾ ਹੁੰਦਾ ਸੀ ਜਾਂ ਪ੍ਰੀ ਨਹੀਂ ਸੀ ਕਲੀਅਰ ਹੋਇਆ, ਉਹਨਾਂ ਨੂੰ ਕਹਿ ਕੇ ਸੌਂਦੇ ਹੁੰਦੇ ਸੀ, ਯਾਰ ਸਵੇਰੇ ਠਾ ਦੀ ਟਾਈਮ ਤੇ, ਬਸ ਜਗਾ ਦੀ, ਪੇਪਰ ਦੇਣ ਚਲੇ ਜਾਈਏ ਬਸ, ਹੈ ਨਾ। ਉਹਦੇ ਵਾਸਤੇ ਕੁਝ ਵੀ ਪੜ੍ਹਨ ਦੀ ਲੋੜ ਨਹੀਂ ਹੈ, ਕੁਝ ਵੀ ਦੇਖਣ ਦੀ ਵੀ ਜ਼ਰੂਰਤ ਨਹੀਂ ਹੈ। ਬੀਇੰਗ ਏ ਸਟੂਡੈਂਟ ਆਫ ਪੰਜਾਬੀ ਲਿਟਰੇਚਰ ਤਾਂ ਬਿਲਕੁਲ ਵੀ ਨਹੀਂ, ਭੁੱਲ ਹੀ ਜਾਓ। ਕਈ ਵਾਰੀ ਸਟੂਡੈਂਟਸ ਕਹਿੰਦੇ ਇਹਦੇ ਤੇ ਕਲਾਸ ਲਾ ਦਿਓ, ਹੈ ਨਾ, ਤਾਂ ਮੈਂ ਕਹਿੰਦਾ ਨਹੀਂ, ਕੋਈ ਲੋੜ ਨਹੀਂ ਤੇ ਕਲਾਸ ਲਾਉਣ ਦੀ। ਮੇਰਾ ਕੀ ਹੈ, ਮੈਂ ਤਾਂ ਕਹਿ ਦੂੰਗਾ ਆਜੋ 10-10 ਹਜ਼ਾਰ ਰੁਪਇਆ ਜਮਾ ਕਰਾਓ, ਮਾਇਆ ਕਿਹਨੂੰ ਨਹੀਂ ਚੰਗੀ ਲੱਗਦੀ ਆਉਂਦੀ। ਠੀਕ ਹੈ, ਥੈਂਕ ਯੂ ਸਰ। ਓਕੇ ਜੀ, ਵੈਲਕਮ। ਹਾਂਜੀ, ਕੋਈ ਹੋਰ ਕੁਐਸਚਨ? ਹਾਂਜੀ ਸਰ, ਮੈਂ ਪੁੱਛਣਾ ਸੀਗਾ ਸਰ। ਹਾਂਜੀ ਕਨੇਸ਼। ਹਾਂਜੀ ਸਰ, ਜਿੱਦਾਂ ਮੈਂ ਆਨਸਰ ਰਾਈਟਿੰਗ ਸ਼ੁਰੂ ਕੀਤੀ ਸੀ, ਬਟ ਹੁਣ 4-5 ਮਹੀਨੇ ਹੋ ਗਏ, ਪੇਪਰ 2 ਦਾ ਸੈਕਸ਼ਨ A ਕੰਪਲੀਟ ਕਰ ਲਿਆ ਸੀ, ਹੁਣ ਸੈਕਸ਼ਨ B ਸ਼ੁਰੂ ਕਰਨਾ, ਜਿੱਦਾਂ ਤੁਸੀਂ ਕਿਹਾ ਕਿ ਸੈਕਸ਼ਨ B ਸ਼ੁਰੂ, ਬਟ ਹੁਣ ਇਦਾਂ ਲੱਗ ਰਿਹਾ ਕਿ ਸ਼ਾਇਦ ਫਿਰ ਜ਼ੀਰੋ ਤੋਂ। ਆਵਾਜ਼ ਕੱਟ ਗਈ ਸੀ। ਹਾਂਜੀ ਸਰ, ਹੁਣ ਇਦਾਂ ਲੱਗ ਰਿਹਾ ਫਿਰ ਜ਼ੀਰੋ ਤੋਂ ਨਾ ਸ਼ੁਰੂ ਕਰਨਾ ਪਏਗਾ। ਵੈਸੇ ਤਾਂ ਆਲਰੇਡੀ ਸੈਕਸ਼ਨ A ਕੰਪਲੀਟ ਕਰ ਚੁੱਕੇ ਹਾਂ, ਬਟ ਹੁਣ ਪਤਾ ਨਹੀਂ ਸ਼ਾਇਦ ਕੌਨਫੀਡੈਂਸ ਫੇਰ ਲਿਆਉਣਾ ਪਏਗਾ ਦੁਬਾਰਾ ਤੋਂ, ਜਾਂ ਉਹ ਸੈਕਸ਼ਨ A ਤੋਂ ਸ਼ੁਰੂ ਕਰੀਏ ਫਿਰ। ਦੇਖੋ, ਤੁਸੀਂ ਸੈਕਸ਼ਨ A ਕਰ ਚੁੱਕੇ ਹੋ, ਸੈਕਸ਼ਨ A ਚ ਵਧੀਆ ਹੋ ਗਏ ਸੀ ਆਨਸਰਸ ਤੁਹਾਡੇ, ਚੈੱਕ ਹੋਏ ਵੇ ਆ ਪ੍ਰੋਪਰ? ਹਾਂਜੀ ਡਨ। ਹਾਂਜੀ ਠੀਕ ਹੈ, ਅਗਰ ਉਹ ਹੋਏ ਵੇ ਹੈ ਤਾਂ ਤੁਸੀਂ ਆਨਸਰ ਰਾਈਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਕੀ ਕਰੋ, ਜਿਹੜੇ ਆਨਸਰਸ ਲਿਖੇ ਆ ਨਾ ਤੁਸੀਂ, ਉਹਨਾਂ ਨੂੰ ਇੱਕ ਵਾਰੀ ਪੜ੍ਹੋ ਚੰਗੀ ਤਰ੍ਹਾਂ, ਆਰਾਮ ਨਾਲ, ਉਹਨਾਂ ਤੇ ਟਾਈਮ ਲਾਓ ਥੋੜਾ ਜਿਹਾ। ਉਹਨਾਂ 'ਚ ਇਹ ਦੇਖੋ ਵੀ ਕਿਹੜੀਆਂ ਇੰਪਰੂਵਮੈਂਟਸ ਆਪਾਂ ਕੀਤੀਆਂ ਸੀ। ਜਿਹੜੇ ਪਹਿਲਾਂ ਆਨਸਰ ਤੁਹਾਡੇ ਜਿੱਥੇ ਤੁਹਾਨੂੰ ਇਹ ਕਿਹਾ ਕਿ ਰਿਪੀਟ ਕਰੋ ਆਨਸਰ, ਉਹ ਵਾਲੇ ਵੀ ਪੜ੍ਹੋ, ਫਿਰ ਰਿਪੀਟਡ ਜਿਹੜੇ ਹੈਗੇ ਨੇ ਉਹ ਵਾਲੇ ਵੀ ਪੜ੍ਹੋ। ਠੀਕ ਹੈ, ਤੁਹਾਨੂੰ ਆਪਣੇ ਆਪ ਰੀਫਰੈਸ਼ ਹੋ ਜਾਣਗੀਆਂ ਚੀਜ਼ਾਂ, ਕੋਈ ਦੁਬਾਰੇ ਉਹ ਜ਼ੀਰੋ ਤੋਂ ਕੰਮ ਸ਼ੁਰੂ ਕਰਨ ਦੀ ਲੋੜ ਨਹੀਂ ਹੈਗੀ। ਠੀਕ ਹੈ, ਮੋਰ ਓਵਰ ਹੋ ਕੀ ਸਕਦਾ, ਜਦੋਂ ਤੁਸੀਂ ਸੈਕਸ਼ਨ B ਸ਼ੁਰੂ ਕਰੋਗੇ ਨਾ, ਪਹਿਲੇ 1-2 ਆਨਸਰਸ ਹੋ ਸਕਦਾ ਆਪਣੀ ਕੁਆਲਿਟੀ ਡਿਲੂਟਡ ਹੋਵੇ, ਠੀਕ ਹੈ, ਪਰ ਉਹ ਬੜੀ ਜਲਦੀ ਨਾਲ ਰਿਵਾਈਵ ਹੋ ਜਾਣਗੀਆਂ ਚੀਜ਼ਾਂ, ਉਹ ਤੇ ਤੁਸੀਂ ਵਰੀ ਨਾ ਕਰੋ। ਠੀਕ ਹੈ, ਉਹ ਤੁਹਾਡੇ ਚ ਉਹ ਕੁਆਲਿਟੀ ਡਿਵੈਲਪ ਹੋ ਚੁੱਕੀ ਆ, ਉਹ ਕਿਤੇ ਨਹੀਂ ਗਈ। ਨਹੀਂ, ਠੀਕ ਹੈ ਥੋੜਾ ਜਿਹਾ ਜਿਵੇਂ ਹੁੰਦਾ ਨਾ ਕਿ ਆਪਾਂ ਹੁਣ ਕਈ ਸਾਲਾਂ ਤੋਂ ਸਾਈਕਲ ਨਹੀਂ ਚਲਾਇਆ, ਤੇ ਇਹਦਾ ਮਤਲਬ ਇਹ ਥੋੜਾ ਕਿ ਚਲਾਉਣਾ ਭੁੱਲ ਗਏ, ਜਿੱਦਣ ਸਾਈਕਲ ਚੱਕਾਂਗੇ 2 ਮਿੰਟ ਚ ਫੇਰ ਉਸੇ ਸਥਿਤੀ ਚ ਹੀ ਆ ਜਾਾਂਗੇ ਆਪਾਂ। ਠੀਕ ਹੈ, ਉਹ ਚੀਜ਼ ਹੈਗੀ ਹੈ, ਡੋਂਟ ਵਰੀ। ਜਦੋਂ ਤੁਸੀਂ ਸ਼ੁਰੂ ਕਰਨਾ, ਉਹਨੂੰ ਪਹਿਲਾਂ ਆਪਣੇ ਜਿਹੜੇ ਆਨਸਰ ਪਹਿਲਾਂ ਲਿਖੇ ਹੈ ਉਹਨਾਂ ਨੂੰ ਪੜ੍ਹ ਲਓ ਇੱਕ ਵਾਰੀ ਚੰਗੀ ਤਰ੍ਹਾਂ, ਬੈਠ ਫਿਰ ਸ਼ੁਰੂ ਕਰੋ। ਠੀਕ ਹੈ, ਹੈਲੋ। ਹਾਂਜੀ ਕੌਣ? ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਵੀਰਪਾਲ। ਹਾਂਜੀ, ਇੱਕ ਮਿੰਟ ਵੀਰਪਾਲ ਆ ਰਹੇ ਆ। ਸੁਧਾ ਹੱਥ ਖੜਾ ਕਰਕੇ ਬੈਠੀ ਹੋਈ ਹੈ ਪਹਿਲਾਂ ਹੀ। ਸੁਧਾ, ਹਾਂਜੀ ਸੁਧਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਇਦਾਂ ਪੁੱਛਣਾ ਹੈ ਤੁਹਾਡੇ ਤੋਂ ਕਿ ਜਿਵੇਂ ਆਪਾਂ ਯੂਪੀਐਸਸੀ ਲਈ ਸਪੈਸੀਫਿਕ ਕੋਈ ਜਿੱਦਾਂ ਹਿੰਦੂ ਨਿਊਜ਼ਪੇਪਰ ਪੜ੍ਹਦੇ ਆ, ਪਰ ਪੀਸੀਐਸ ਲਈ ਆਪਾਂ ਕੀ ਕਰੰਟ ਅਫੇਅਰ ਲਈ ਕੀ ਤਿਆਰ ਕਰ ਸਕਦੇ ਹਾਂ ਸਰ?
ਪੀਸੀਐਸ ਲਈ ਦੇਖੋ ਬੱਚੇ ਪਹਿਲਾ ਪੁਆਇੰਟ ਤਾਂ ਇਹ ਹੈ ਵੀ ਹੁਣ ਤੁਹਾਡੇ ਲਈ ਸਾਰੇ ਇੰਸਟੀਚਿਊਟਸ ਕੱਬਾਂ ਭਾਰ ਹੋ ਗਏ ਅੱਜ ਤੋਂ, ਠੀਕ ਹੈ। ਸਾਰੇ ਕੰਮ ਕਰਨਾ ਸ਼ੁਰੂ ਕਰ ਦੇਣਗੇ ਕਰੰਟ ਅਫੇਅਰਸ ਤੇ, ਠੀਕ ਹੈ। ਠੀਕ ਹੈ ਸਰ। ਠੀਕ ਹੈ, ਜਦੋਂ ਉਹ ਕੰਮ ਕਰ ਰਿਹਾ ਫਿਰ ਸਾਨੂੰ ਕੀ ਲੋੜ ਹੈ ਕੰਮ ਕਰਨ ਦੀ, ਨਹੀਂ? ਹਾਂਜੀ ਤੇ ਸਰ ਤੁਸੀਂ, ਹਾਂਜੀ ਸਰ ਤੁਸੀਂ ਇੱਕ ਵਾਰ ਕਿਹਾ ਸੀਗਾ ਕਿ ਅਸੀਂ ਬੁੱਕ ਪਬਲਿਸ਼ ਕਰਦੇ ਹਾਂ ਤਾਂ ਉਹ ਕਦੋਂ ਤੱਕ ਅਵੇਲੇਬਲ ਹੋ ਜਾਏਗੀ ਮਾਰਕੀਟ 'ਚ ਸਰ? ਉਹ ਤਾਂ ਸੀਸੈਟ ਨਾਲ ਰਿਲੇਟਡ ਹੁੰਦੀ ਹੈ ਸੁਦਾ, ਸੀਸੈਟ ਨਾਲ ਰਿਲੇਟਡ ਹੁੰਦੀ ਹੈ। ਉਹ ਆ ਜਾਏਗੀ ਮੇਰੇ ਖਿਆਲ 'ਚ 20 ਦਿਨਾਂ ਦੇ ਵਿੱਚ ਆ ਜਾਏਗੀ ਬੁੱਕ, ਕਿਉਂਕਿ ਉਹਨੂੰ ਥੋੜਾ ਰਿਵਾਈਜ਼ ਕਰਨਾ ਹੈ ਆਪਾਂ ਇਸ ਵਾਰੀ, ਠੀਕ ਹੈ। ਉਹ ਆ ਜਾਏਗੀ, ਇੱਕ ਚੀਜ਼ ਤਾਂ ਇਹ ਹੈਗੀ ਹੈ। ਦੂਸਰਾ ਕਰੰਟ ਅਫੇਅਰ ਲਈ ਤੁਸੀਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੈਂ ਗੱਲ ਕਰ ਚੁੱਕਿਆ ਸੀ, ਟ੍ਰਿਬਿਊਨ ਹੈ ਜਿਹੜਾ ਨਿਊਜ਼ਪੇਪਰ ਨਾ, ਹਾਂਜੀ ਟ੍ਰਿਬਿਊਨ, ਉਹ ਪੜ੍ਹਨਾ ਸ਼ੁਰੂ ਕਰ, ਹਾਂਜੀ ਇੰਗਲਿਸ਼ ਟ੍ਰਿਬਿਊਨ। ਠੀਕ ਸਰ। 4 ਮਹੀਨੇ ਜਿੱਦਾਂ ਸਿਰਫ 4 ਮਹੀਨੇ ਬਚੇ ਨੇ ਤਾਂ ਉਹਨਾਂ ਹੋਏਗਾ ਠੀਕ, ਸਫੀਸ਼ੀਐਂਟ ਸਰ? ਕਿਸ ਵਾਸਤੇ? ਪੀਸੀਐਸ ਵਾਸਤੇ? ਹਾਂਜੀ ਸਰ। ਤੁਸੀਂ ਯੂਪੀਐਸਸੀ ਦੇਣਾ ਹੈ ਇਸ ਵਾਰੀ? ਹਾਂਜੀ ਸਰ ਯੂਪੀਐਸਸੀ ਦੇਣਾ ਹੈ, ਪਰ ਪੀਸੀਐਸ ਦਾ ਮੇਰਾ ਕੋਈ ਉਹ ਨਹੀਂ ਹੈ, ਕਿਉਂਕਿ ਮੈਂ ਵੀ ਹੁਣੇ ਨੋਟੀਫਿਕੇਸ਼ਨ ਦੇਖੀ ਤਾਂ ਮੇਰਾ ਇਹ ਹੈ ਕਿ ਪੀਸੀਐਸ ਵੀ ਦੇਣਾ ਹੀ ਹੈ। ਉਹਦੇ ਲਈ ਕੋਈ ਵੀ ਉਹ ਨਹੀਂ ਹੈ, ਜ਼ੀਰੋ ਤੋਂ ਸ਼ੁਰੂ ਕਰਨਾ ਹੈ ਸਰ। ਤੁਹਾਡੇ ਆਉਣ ਤੋਂ ਪਹਿਲਾਂ ਆਪਾਂ ਸ਼ੁਰੂ 'ਚ ਗੱਲ ਹੀ ਇੱਥੋਂ ਸ਼ੁਰੂ ਕੀਤੀ ਸੀ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਮੈਨੇਜ ਕਿਵੇਂ ਕਰੀਏ, ਠੀਕ ਹੈ। ਹਾਂਜੀ ਸਰ। ਹਾਂਜੀ ਹਾਂ, ਉਹ ਗੱਲ ਆਪਾਂ ਸ਼ੁਰੂ 'ਚ ਇਹੀ ਕੀਤੀ ਸੀ। ਤੁਸੀਂ ਦੇਖੋ ਪਹਿਲਾਂ ਤਾਂ ਇਹ ਡਿਸਾਈਡ ਕਰੋ ਵੀ ਪ੍ਰਾਇੋਰਟੀ ਕੀ ਹੈ, ਐਸਡੀਐਮ ਲੱਗਣਾ ਕਿ ਡੀਸੀ ਲੱਗਣਾ, ਪਹਿਲਾਂ ਤਾਂ ਇਹ ਡਿਸਾਈਡ ਕਰੋ, ਠੀਕ ਹੈ। ਪ੍ਰਾਇੋਰਟੀ ਤਾਂ ਐਸਡੀਐਮ ਹੀ ਹੈ। ਐਸਡੀਐਮ ਲੱਗਣਾ, ਪੀਸੀਐਸ ਕਰਨੀ ਹੈ? ਪੀਸੀਐਸ ਤਾਂ ਸਰ ਮਜਬੂਰੀ ਹੈ। ਨਹੀਂ ਫਿਰ ਗਲਤ ਕੋਈ ਚੀਜ਼ ਆਓਗੇ ਫਿਰ ਤਾਂ ਐਸਡੀਐਮ ਲੱਗਣਾ ਵੀ ਮਜਬੂਰੀ। ਪੀਸੀਐਸ ਕਰੋਗੇ, ਪੀਸੀਐਸ ਕਰਕੇ ਐਸਡੀਐਮ ਹੀ ਲੱਗੋਗੇ ਜਾਂ ਆਈਐਸ ਕਰਕੇ ਐਸਡੀਐਮ ਲੱਗਣਾ ਵੀ ਨਹੀਂ ਅਸੀਂ ਬਹੁਤ ਨਿਮਾਣੇ ਆ ਐਸਡੀਐਮ ਹੀ ਲਾ ਦਿਓ। ਆਈਐਸ ਕਰਕੇ ਤਾਂ ਡੀਸੀ ਲੱਗੋਗੇ ਨਾ, ਉਹ ਤਾਂ ਚਲੋ ਐਸਡੀਐਮ ਤਾਂ ਸ਼ੁਰੂ ਚ ਉਹਨਾਂ ਦੀ ਟ੍ਰੇਨਿੰਗ ਹੀ ਹੁੰਦੀ ਹੈ। ਪਹਿਲੀ ਪੋਸਟਿੰਗ ਤੇ ਸਰ ਐਸਡੀਐਮ ਹੀ ਹੁੰਦੀ ਆ। ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਮੈਂ ਜਿਹੜੇ ਕੰਟੈਕਸਟ ਚ ਕਹਿ ਰਿਹਾ ਸੀ ਉਹ ਕੰਟੈਕਸਟ ਬਿਲਕੁਲ ਵੱਖਰਾ, ਉਹ ਸਮਝ ਗਏ ਬੱਚੇ। ਤੇ ਦੇਖੋ ਫੋਕਸ ਤੁਹਾਡਾ ਯੂਪੀਐਸਸੀ ਹੈ, ਜਿੱਥੋਂ ਤੁਸੀਂ ਗੱਲ ਜਿਹੜੀ ਕਹਿ ਰਹੇ ਹੋ, ਤਾਂ ਯੂਪੀਐਸਸੀ ਤੇ ਫੋਕਸ ਰੱਖੋ, ਠੀਕ ਹੈ। ਹਾਂਜੀ ਸਰ। ਯੂਪੀਐਸਸੀ ਤੇ ਫੋਕਸ ਰੱਖੋ। ਆਪਾਂ ਗੱਲ ਕਰ ਚੁੱਕੇ ਹਾਂ, ਜਦੋਂ ਪ੍ਰੀ ਦਾ ਪੀਪੀਐਸਸੀ ਦਾ ਪੇਪਰ ਆਏਗਾ ਆਪਾਂ ਉਦੋਂ ਡਿਸਾਈਡ ਕਰਾਂਗੇ ਵੀ ਕੀ ਕਰਨਾ ਟਾਈਮ ਦੇ ਮੁਤਾਬਕ, ਠੀਕ ਹੈ। ਜੇ ਹੁਣੇ ਕੋਈ ਸਟ੍ਰੈਟਜੀ ਬਣਾ ਕੇ ਬੈਠ ਜਾਂਗੇ ਉਹ ਬਲਾਈਂਡ ਹੋਏਗੀ। ਜਿਵੇਂ ਸਭ ਨੂੰ ਪਤਾ, ਬਹੁਤ ਸਾਰੇ ਸਟੂਡੈਂਟਸ ਨੂੰ ਮੈਂ ਫਿਰ ਰਿਪੀਟ ਕਰਦਾ, ਕਈ ਦਿਨਾਂ ਤੋਂ 10 ਦਿਨਾਂ ਤੋਂ ਗੱਲ ਚੱਲ ਰਹੀ ਹੈ, ਰੋਜ਼ ਵਾਂਗੂ ਕਾਲਸ ਆਉਂਦੀਆਂ ਸਰ ਆਨਸਰ ਰਾਈਟਿੰਗ ਸ਼ੁਰੂ ਕਰਵਾ ਦਿਓ, ਤਾਂ ਮੈਂ ਹਰੇਕ ਨੂੰ ਇਹ ਕਹਿ ਰਿਹਾ ਸੀ 5 ਤਰੀਕ ਦੀ ਵੇਟ ਕਰੋ, ਬਸ ਆਪਾਂ ਕਰਾਂਗੇ ਉਹਦੇ ਮੁਤਾਬਕ, ਠੀਕ ਹੈ। ਤੇ 5 ਤਰੀਕ ਨੂੰ 5 ਵਜੇ ਆਪਾਂ ਹਾਜ਼ਰ ਹੋਣ ਲਈ ਹਾਜ਼ਰ ਹੋ ਗਏ, ਠੀਕ ਹੈ। ਸੋ ਇਹ ਚੀਜ਼ ਹੈਗੀ ਹੈ। ਹਾਂਜੀ, ਹੋਰ ਕੋਈ ਕੁਐਸਚਨ? ਹੈਲੋ ਹੈਲੋ ਹੈਲੋ